एक पार्टी ਨੂੰ ਤਾਂ ਚਿਹਰਾ ਲੱਭਣ 'ਚ ਤਕਲੀਫ ਹੁੰਦੀ ਹੈ, ਦੂਜੇ 'ਚੋਂ ਇਹਨਾਂ ਦਾ ਥੋੜਾ ਜਿਹਾ ਵੀ ਜ਼ੁਕਾਮ ਹੁੰਦਾ ਹੈ ਦਵਾਈ ਲੈਣ ਦਿੱਲੀ ਭੱਜਦੇ ਨੇ, ਕਈ ਵਾਰ ਤਾਂ ਦੇਹਰਾਦੂਨ ਭੱਜਦੇ, ਦਿੱਲੀ ਵੀ ਨਹੀਂ ਜਾਂਦੇ। ਜਿਹੜਾ ਚਿਹਰਾ ਭਗਵੰਤ ਮਾਨ ਸਮਝਦੇ ਨੇ ਚਿਹਰਾ ਪਾਰਟੀ ਦੇ ਅੰਦਰ ਹੈ, ਉਹ ਨਿਰਾਸ਼ ਹੋਏ ਲੱਗਦੇ ਨੇ। ਤੀਜੀ ਪਾਰਟੀ ਜਿਹੜੀ ਹੈ ਉਹ ਤਾਂ ਇੱਕ ਫੈਮਿਲੀ ਦੇ ਕੰਟਰੋਲ 'ਚ ਹੈ, ਉਹ ਪੁਰਾਣਾ ਅਕਾਲੀ ਦਲ ਨਹੀਂ ਰਿਹਾ, ਉਹ ਬਾਦਲ ਦਲ ਹੈ। ਕੀ ਤੁਹਾਡੀ ਪਲਾਨ ਹੈ ਜਿਹਦੇ ਮੁਤਾਬਕ ਤੁਸੀਂ ਆਮਦਨ ਵਧਾ ਸਕੋ ਕਿਸਾਨ ਦੀ, ਗਰੀਬ ਬੰਦੇ ਦੀ, ਮਜ਼ਦੂਰ ਦੀ? ਉਹ ਕੀ ਪਲਾਨ ਹੈ? ਇਹ ਨਹੀਂ ਦੱਸਦੇ ਕਿ ਉਹ ਕੀ ਪਲਾਨ ਹੈ। ਨਹੀਂ ਆਟਾ ਦੇ ਦਾਂਗੇ, ਬਿਜਲੀ ਫ੍ਰੀ ਕਰ ਦਾਂਗੇ। ਕਿਸਾਨੀ ਦਾ ਸੰਕਟ ਹੈ, ਉਹ ਤਾਂ ਨਹੀਂ ਬਦਲੇਗਾ ਜੇ ਕੱਲ੍ਹ ਨੂੰ ਮੋਦੀ ਸਾਹਿਬ ਮੰਨ ਵੀ ਜਾਂਦੇ, ਹਾਲਾਂਕਿ ਕਾਨੂੰਨ ਗਲਤ ਨੇ ਉਹਨਾਂ ਦੇ, ਲੇਕਿਨ ਉਹ ਚਲੋ ਵਾਪਸ ਵੀ ਲੈ ਲੈਂਦੇ। ਪਰ ਉਹਦੇ ਨਾਲ ਆਤਮ ਹੱਤਿਆ ਜਿਹੜੀ ਹੋ ਰਹੀ ਹੈ, ਜਿਹੜਾ ਕਰਜ਼ੇ ਦਾ ਇੰਨਾ ਵੱਡਾ ਫੰਦਾ ਲਟਕ ਰਿਹਾ ਬੰਦਿਆਂ ਦੇ ਉੱਤੇ, ਉਹ ਨਹੀਂ ਬਦਲਣ ਵਾਲਾ। ਤੁਸੀਂ ਨੌਕਰੀ ਕਰੋ, ਇੱਕ ਬਿਲਡਿੰਗ ਜਿੱਥੇ ਬਣ ਰਹੀ ਹੈ ਉਹਦੇ ਉੱਤੇ ਮਜ਼ਦੂਰ ਦੀ ਨੌਕਰੀ, ਇਹਦਾ ਮਤਲਬ ਸਾਡੇ ਪੰਜਾਬ 'ਚ ਕੋਈ ਗੱਲ ਠੀਕ ਨਹੀਂ ਹੈ। ਅਸੀਂ ਉਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਦੇ ਸਕਦੇ, ਉਹਨਾਂ ਨੂੰ ਪੰਜਾਬ 'ਚ ਕਿਉਂ ਨਹੀਂ ਰੱਖ ਸਕਦੇ? ਸੁਖਬੀਰ ਬਾਦਲ ਵੀ ਕਹਿੰਦੇ ਸੀ ਕੈਲੀਫੋਰਨੀਆ ਬਣਾਉਣਾ, ਉਹ ਤਾਂ 20 ਸਾਲ 'ਚ ਬਣਿਆ ਨਹੀਂ, ਉਹਨਾਂ ਤੋਂ ਦੱਸਣ ਕਿਉਂ ਨਹੀਂ ਬਣਿਆ। ਮਤਲਬ ਤੁਸੀਂ ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਹੋ, ਮੁੱਦਿਆਂ ਦੀ ਗੱਲ ਕਰਦੇ ਹੋ, ਤਾਂ ਕੀ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਲੋੜ ਪਈ ਤਾਂ ਇਹ ਮੰਚ ਇੱਕ ਰਾਜਨੀਤਿਕ ਰੂਪ ਧਾਰਨ ਕਰ ਸਕਦਾ? ਲੱਗਦਾ ਨਹੀਂ ਵੀ ਸਿੱਧਾ ਟੱਕਰਾ ਸਰਕਾਰਾਂ ਨਾਲ ਲੈ ਰਹੇ? ਤਾਂ ਉਹ ਸਰਕਾਰਾਂ ਹਮੇਸ਼ਾ ਇਸ ਚੀਜ਼ ਤੋਂ ਗੁੱਸੇ ਤਾਂ ਹੁੰਦੀਆਂ ਕਿ ਇਹ ਬੰਦਾ ਸਾਡੀ ਆਲੋਚਨਾ ਕਰਦਾ ਹੈ, ਲੇਕਿਨ ਉਹਨਾਂ ਨੂੰ ਵੀ ਪਤਾ ਹੈ ਕਿ ਜੇ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਪਿਛਲੇ 20 ਸਾਲ 'ਚ 2 ਟੱਬਰਾਂ ਨੇ ਰਾਜ ਕੀਤਾ ਹੈ। ਸੋ ਉਹ ਦੋਨੋਂ ਜਵਾਬ ਦੇਣ ਇਸ ਗੱਲ 'ਚ ਕਿ ਤੁਸੀਂ ਦੱਸੋ ਇਹਦੇ 'ਚ ਤੁਸੀਂ ਕੀ ਪੰਜਾਬ ਦਾ ਹਾਲ ਕੀਤਾ ਹੈ। ਅੱਜ 16 ਨੰਬਰ 'ਤੇ ਹੈ ਪਰ ਕੈਪੀਟਾ 'ਚ, 4 ਨੰਬਰ 'ਤੇ ਸੀ 2000, 1980 'ਚ 1 ਨੰਬਰ 'ਤੇ ਸੀ। ਇੱਕ ਦੂਜੀ ਪਾਰਟੀ ਦਾ ਰਾਜ ਸਭਾ ਦਾ ਮੈਂਬਰ ਕਹਿੰਦਾ ਕਿ ਜਦ ਚੇਅਰਮੈਨ ਮੇਰੀ ਕਣੀਕ ਦੇਖਦਾ ਨਾ, ਮੈਂ ਥੱਲੇ ਨੂੰ ਹੋ ਜਾਣਾ, ਕਿਤੇ ਸਵਾਲ ਨਾ ਪੁੱਛ ਲਓ। ਹੁਣ ਦੱਸੋ ਇਹ ਕੋਈ ਕਲਾਸ ਹੈ? ਦੇਖਿਆ ਜੈ ਲਲਿਤਾ ਕਿੱਥੇ ਅੰਤ ਹੋਇਆ, ਉਹਨਾਂ 'ਤੇ ਕਿੰਨੇ ਕੇਸ ਬਣੇ, ਕਰਪਸ਼ਨ ਦੇ ਕੇਸ ਬਣੇ, ਜੇਲ੍ਹ 'ਚ ਰਹੇ। ਐਂਟੀ ਰਾਮਾਰਾਓ, ਮੈਂ ਤਾਂ ਉਹਨਾਂ ਨਾਲ ਡੀਲ ਕਰਕੇ ਦੇਖਿਆ ਕਿ ਉਹ ਗਿਆਨੀ ਦੇ ਬੜੇ ਨੇੜੇ ਸੀਗੇ। ਹੁਣ ਉਹ ਵੀ ਦੇਖੋ ਉਹਨਾਂ ਦੀ ਪਾਰਟੀ ਟੁੱਟ ਗਈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਤੁਹਾਡੇ ਨਾਲ ਨਵਦੀਪ ਕੌਰ। ਪੰਜਾਬ ਦਾ ਵਿਕਾਸ ਅੱਜ ਹਰ ਕੋਈ ਚਾਹੁੰਦਾ ਹੈ। ਪੰਜਾਬ ਦੀਆਂ तमाम ਰਾਜਨੀਤਿਕ ਪਾਰਟੀਆਂ ਦਾਅਵੇ ਕਰਦੀਆਂ ਨੇ ਕਿ ਸਾਡੀ ਸਰਕਾਰ ਬਣੇਗੀ, ਅਸੀਂ ਲੋਕਾਂ ਨੂੰ ਇਹ ਸਹੂਲਤਾਂ ਦੇਵਾਂਗੇ, ਇਹ ਟੈਕਸ ਮਾਫ ਕਰ ਦੇਵਾਂਗੇ। ਜਾਂ ਜਿਹੜੇ ਮੁੱਦੇ ਅਣਗੌਲੇ ਕੀਤੇ ਜਾਂਦੇ ਨੇ ਉਹਨਾਂ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਮੁੱਦਿਆਂ ਨੂੰ ਹੱਲ ਕਰਾਂਗੇ। ਲੋਕ ਵੀ ਵਿਸ਼ਵਾਸ ਕਰ ਲੈਂਦੇ ਨੇ, ਵੋਟਾਂ ਦੇ ਦਿੰਦੇ ਨੇ, ਸੱਤਾ ਮਿਲ ਜਾਂਦੀ ਹੈ, ਪਰ ਉਹ तमाम ਰਾਜਨੀਤਿਕ ਆਗੂ ਬਾਅਦ ਦੇ ਵਿੱਚ ਸਿਰਫ ਤੇ ਸਿਰਫ ਆਪਣੀਆਂ ਜੇਬਾਂ ਭਰਨ ਦਾ ਕੰਮ ਕਰਦੇ ਨੇ ਤੇ ਲੋਕਾਂ ਦੇ ਮੁੱਦਿਆਂ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਅਜਿਹੇ ਦੇ ਵਿੱਚ ਇੱਕ ਸ਼ਖਸ ਅਜਿਹੇ ਵੀ ਨੇ ਜਿਨ੍ਹਾਂ ਦੇ ਵੱਲੋਂ ਇੱਕ ਨਵੇਕਲਾ ਕਦਮ ਚੁੱਕਿਆ ਗਿਆ ਹੈ, ਇੱਕ ਨਵਾਂ ਪੰਜਾਬ ਸਿਰਜਣ ਦੀ ਇੱਕ ਨਵੇਕਲਾ ਕਦਮ ਉਹਨਾਂ ਦੇ ਵੱਲੋਂ ਚੁੱਕਿਆ ਗਿਆ ਹੈ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਂਝਾ ਸੁਨੇਰਾ ਪੰਜਾਬ ਦੇ ਸਰਪ੍ਰਸਤ ਕੇਸੀ ਸਿੰਘ ਜੀ ਮੌਜੂਦ ਨੇ, ਗੱਲਬਾਤ ਕਰਦੇ हैं। तो सर स्वागत है हमदर्द टीवी ਦੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਖੁਸ਼ੀ ਹੈ ਜੀ। ਸਰ ਜਿਸ ਤਰ੍ਹਾਂ ਕਿ ਮੈਂ ਜ਼ਿਕਰ ਕੀਤਾ ਵੀ ਰਾਜਨੀਤਿਕ ਪਾਰਟੀਆਂ ਕਹਿੰਦੀਆਂ ਨੇ ਅਸੀਂ ਕਰਾਂਗੇ, ਪਰ ਤੁਸੀਂ ਉਹਨਾਂ ਤੋਂ ਕੁਝ ਹਟ ਕੇ ਕੀਤਾ। ਚਾਹੁੰਦੇ ਤਾਂ ਤੁਸੀਂ ਵੀ ਇੱਕ ਪਾਰਟੀ ਬਣਾ ਸਕਦੇ ਸੀ, ਪਰ ਤੁਸੀਂ ਇੱਕ ਮੰਚ ਤਿਆਰ ਕੀਤਾ। ਇਹ ਮੰਚ ਤਿਆਰ ਕਰਨ ਦਾ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਇਆ ਵੀ ਇਹ ਤਿਆਰ ਕਰਨਾ ਚਾਹੀਦਾ ਹੈ, ਜਾਂ ਕਿਸ ਤਰ੍ਹਾਂ ਤੁਸੀਂ ਹੁਣ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰੋਗੇ? ਦੇਖੋ, ਪਿਛਲੀ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਰਾਸ਼ਟਰ ਮੰਚ ਬਣਿਆ ਸੀ, ਯਸ਼ਵੰਤ ਸਿਨਹਾ ਜੀ ਨੇ ਜਿਹੜਾ ਬਣਾਇਆ ਸੀਗਾ। ਮੈਂ ਉਹਦੇ ਨਾਲ ਜੁੜਿਆ। ਇਨਫੈਕਟ ਮੈਂ ਔਰ ਨਾਲ ਇੱਕ ਸਾਥੀ ਸੇ ਅਸੀਂ ਜਾ ਕੇ ਯਸ਼ਵੰਤ ਸਿਨਹਾ ਜੀ ਨੂੰ ਕਿਹਾ ਕਿ ਲੋਕ ਸਭਾ ਚੋਣ ਤੋਂ ਪਹਿਲਾਂ ਇੱਕ ਮੰਚ ਬਣਾਓ ਜਿੱਥੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਸਕਣ, ਆ ਕੇ ਆਪਣੀ ਗੱਲ ਰੱਖਣ, ਤਾਂ ਹੀ ਤੁਸੀਂ ਜਿਹੜੀ ਮੌਜੂਦਾ ਸਰਕਾਰ ਸੀ ਮੋਦੀ ਜੀ ਦੀ ਉਹਦਾ ਮੁਕਾਬਲਾ ਕਰ ਸਕਦੇ ਹੋ, ਨਹੀਂ ਕਰ ਸਕੋਗੇ। ਤੋ ਇਸ ਕਰਕੇ ਉਸ ਮੰਚ ਨਾਲ ਮੈਂ ਉਦੋਂ ਜੁੜਿਆ ਰਿਹਾ। ਲੇਕਿਨ ਇਹ ਮੰਚ ਦਾ ਇਹਦਾ ਮਤਲਬ ਥੋੜ੍ਹਾ ਹੋਰ ਹੈ। ਉਹ ਇਹ ਹੈ ਕਿ ਪਿਛਲੇ ਤੁਸੀਂ 3-4 ਮਹੀਨਿਆਂ 'ਚ ਦੇਖੋ, 3 ਪਾਰਟੀਆਂ ਜੇ ਅਸੀਂ ਦੇਖੀਆਂ, ਪ੍ਰਮੁੱਖ ਪਾਰਟੀਆਂ ਜਿਹੜੀਆਂ ਹੈਗੀਆਂ, ਉਹਨਾਂ 'ਚ ਇਹੀ ਰੌਲਾ ਪੈ ਰਿਹਾ ਹੈ। 2 'ਚ ਤਾਂ ਇਹੀ ਰੌਲਾ ਪੈਂਦਾ CM ਕੌਣ ਹੋਊਗਾ। ਉਹਨੂੰ ਮੈਂ ਕਹਿੰਦਾ 2 ਇੰਜਨ ਦੀ ਸਰਕਾਰ ਉਹ ਬਣ ਗਈ ਹੈ। ਮੋਦੀ ਜੀ ਦਾ ਤਾਂ ਮਤਲਬ ਹੁੰਦਾ ਕਿ ਸਟੇਟ ਰਾਜ ਸਰਕਾਰ ਤੇ ਸੈਂਟਰ ਦੀ ਸਰਕਾਰ ਇੱਕੋ ਹੀ ਪਾਰਟੀ ਦੀ ਹੋਵੇ। ਇੱਥੇ ਦੋ ਇੰਜਨ ਜੁੜੇ ਹੋਏ ਗੱਡੀ ਨੂੰ, ਇੱਕ ਅੱਗੇ ਨੂੰ ਜਾ ਰਿਹਾ, ਇੱਕ ਪਿੱਛੇ ਨੂੰ। ਫਿਰ ਇੱਕ ਪਾਰਟੀ ਇਹੀ ਜਿਹੀ ਹੈ ਦਿੱਲੀ ਵਾਲੀ ਆਪ, ਉਹਨਾਂ ਨੂੰ ਚਿਹਰਾ ਨਹੀਂ ਲੱਭਦਾ। ਜਿਹੜਾ ਚਿਹਰਾ ਭਗਵੰਤ ਮਾਨ ਸਮਝਦੇ ਨੇ ਚਿਹਰਾ ਪਾਰਟੀ ਦੇ ਅੰਦਰ ਹੈ, ਉਹ ਨਿਰਾਸ਼ ਹੋਏ ਲੱਗਦੇ ਨੇ। ਤੀਜੀ ਪਾਰਟੀ ਜਿਹੜੀ ਹੈ ਉਹ ਤਾਂ ਇੱਕ ਫੈਮਿਲੀ ਦੇ ਕੰਟਰੋਲ 'ਚ ਹੈ, ਉਹ ਪੁਰਾਣਾ ਅਕਾਲੀ ਦਲ ਨਹੀਂ ਰਿਹਾ, ਉਹ ਬਾਦਲ ਦਲ ਹੈ। ਤੋ ਇਸ ਕਰਕੇ ਮੁੱਦਿਆਂ 'ਤੇ ਕੋਈ ਗੱਲ ਨਹੀਂ ਹੁੰਦੀ।
ਸਾਰੀ ਗੱਲ ਜੀ ਜ਼ਿਆਦਾ ਤੋਂ ਜ਼ਿਆਦਾ ਹੋਏਗੀ ਬਿਜਲੀ ਮਾਫ ਕਰ ਦਾਂਗੇ, ਆਟਾ ਦਾਲ ਹੋਰ ਦੇ ਦਾਂਗੇ। ਦੇਖੋ ਇਹ ਲੋਕਾਂ ਨੂੰ ਖਰੀਦਣ ਦੀ ਇੱਕ ਤਰ੍ਹਾਂ ਦੀ ਕੋਸ਼ਿਸ਼ ਹੈਗੀ ਹੈ, ਯਾਨੀ ਕਿ ਮੁਫਤਖੋਰੀ ਦੀ ਸਿਆਸਤ ਸ਼ੁਰੂ ਹੋ ਗਈ। ਬਿਲਕੁਲ ਠੀਕ ਹੈ। ਮੈਨੂੰ ਯਾਦ ਹੈ 1981-82 ਹੋਣਾ, ਮੈਂ ਕੌਂਸਲੇਟ ਸੀਗਾ ਨਿਊਯਾਰਕ 'ਚ, ਮਦਰ ਟਰੀਸਾ ਆਏ ਤੇ ਉਹ ਬੋਲਣ ਲੱਗੇ, ਮੈਨੂੰ ਹਲੇ ਵੀ ਯਾਦ ਇੱਕ ਗੱਲ ਕੀ ਕਹਿੰਦੇ, ਮੈਂ ਲੋਕਾਂ ਨੂੰ ਮੱਛੀਆਂ ਨਹੀਂ ਖਿਲਾਉਂਦੀ, ਮੈਂ ਮੱਛੀ ਫੜਨ ਦੀ ਰੋਡ ਦਿੰਨੀ ਹੈ ਤਾਂ ਕਿ ਆਪੇ ਮੱਛੀ ਫੜ ਸਕੋ। ਅੱਛਾ, ਹੁਣ ਇਹ ਨਹੀਂ ਕੀਤਾ ਕਿ ਤੁਸੀਂ ਬੰਦਿਆਂ ਨੂੰ ਉਸ ਸਤਰ ਤੋਂ ਉੱਤੇ ਕਿਵੇਂ ਉਠਾਉਣਾ ਹੈ ਜਿੱਥੇ ਉਹਨਾਂ ਨੂੰ ਆਟੇ ਦਾਲ ਦੀ ਲੋੜ ਨਾ ਪਵੇ। ਕੀ ਤੁਹਾਡੀ ਪਲਾਨ ਹੈ ਜਿਹਦੇ ਮੁਤਾਬਕ ਤੁਸੀਂ ਆਮਦਨ ਵਧਾ ਸਕੋ ਕਿਸਾਨ ਦੀ, ਗਰੀਬ ਬੰਦੇ ਦੀ, ਮਜ਼ਦੂਰ ਦੀ? ਉਹ ਕੀ ਪਲਾਨ ਹੈ? ਇਹ ਨਹੀਂ ਦੱਸਦੇ ਕਿ ਉਹ ਕੀ ਪਲਾਨ ਹੈ। ਨਹੀਂ, ਆਟਾ ਦੇ ਦਾਂਗੇ, ਬਿਜਲੀ ਫ੍ਰੀ ਕਰ ਦਾਂਗੇ। ਇਹਦਾ ਮਤਲਬ ਇੱਕ ਤਰ੍ਹਾਂ ਨਾਲ ਜੇ ਨੌਜਵਾਨਾਂ ਨੂੰ ਨਸ਼ੇ ਖਰਾਬ ਕਰ ਰਹੇ ਨੇ ਤਾਂ ਤੁਸੀਂ ਗਰੀਬ ਨੂੰ ਕੋਈ ਜਿਹੜਾ ਵਿਚਾਰੇ ਕੋਲ ਪੂਰੇ ਆਰਥਿਕ ਸਥਿਤੀ ਨਹੀਂ ਹੈ ਉਹਨੂੰ ਉੱਥੇ ਦਾ ਉੱਥੇ ਹੀ ਰੱਖਣਾ ਚਾਹੁੰਦੇ ਹੋ। ਤੁਸੀਂ ਇਹ ਪਲਾਨ ਲਿਆਓਗੇ ਉੱਪਰ। ਸੋ ਅਸੀਂ ਉਹ 4-5 ਮੁੱਦਿਆਂ ਦੀ ਗੱਲ ਕਰ ਰਹੇ ਹਾਂ। ਜਿਵੇਂ ਹੁਣ ਤੁਸੀਂ ਕਿਸਾਨੀ ਦਾ ਮੁੱਦਾ ਲਓ, ਕਿਸਾਨ ਅੰਦੋਲਨ ਇੱਕ ਚੀਜ਼ ਹੈ, ਉਹ ਬਿਮਾਰੀ ਦਾ ਸਿੰਪਟਮ ਹੈ, ਲੇਕਿਨ ਬਿਮਾਰੀ ਜਿਹੜੀ ਹੈ ਉਹ ਤਾਂ ਐਗਰੀਰੀਅਨ ਕ੍ਰਾਈਸਿਸ ਹੈ, ਜਿਹੜਾ ਕਿਸਾਨੀ ਦਾ ਸੰਕਟ ਹੈ ਉਹ ਤਾਂ ਨਹੀਂ ਬਦਲੇਗਾ। ਜੇ ਕੱਲ ਨੂੰ ਮੋਦੀ ਸਾਹਿਬ ਮੰਨ ਵੀ ਜਾਂਦੇ ਹੈ, ਹਾਲਾਂਕਿ ਕਾਨੂੰਨ ਗਲਤ ਨੇ ਉਹਨਾਂ ਦੇ, ਲੇਕਿਨ ਉਹ ਚਲੋ ਵਾਪਸ ਵੀ ਲੈ ਲੈਂਦੇ ਆ, ਪਰ ਉਹਦੇ ਨਾਲ ਆਤਮ ਹੱਤਿਆ ਜਿਹੜੀ ਹੋ ਰਹੀ ਹੈ, ਜਿਹੜਾ ਕਰਜ਼ੇ ਦਾ ਇੰਨਾ ਵੱਡਾ ਫੰਦਾ ਲਟਕ ਰਿਹਾ ਬੰਦਿਆਂ ਦੇ ਉੱਤੇ, ਉਹ ਨਹੀਂ ਬਦਲਣ ਵਾਲਾ। ਸੋ ਤੁਸੀਂ ਕਿਵੇਂ ਬਦਲੋਗੇ? ਤੁਸੀਂ ਨਵੀਂ ਕ੍ਰਾਂਤੀ, ਨਵੀਂ ਹਰੀ ਕ੍ਰਾਂਤੀ ਕਿਵੇਂ ਲਿਆਓਗੇ? ਇਹਦੇ 'ਤੇ ਕੋਈ ਚਰਚਾ ਨਹੀਂ। ਦੂਜਾ, ਨੌਜਵਾਨ ਬਾਹਰ ਭੱਜ ਰਹੇ ਨੇ। ਮੈਨੂੰ ਯਾਦ ਹੈ 2000 ਦੇ ਵਿੱਚ ਮੈਂ ਐਂਬੈਸਡਰ ਸੀ ਆਬੂ ਧਾਬੀ 'ਚ, 2001 'ਚ ਬਾਦਲ ਸਾਹਿਬ ਮੇਰੇ ਕੋਲ ਆਏ, 2 ਦਿਨ ਠਹਿਰੇ ਮੇਰੇ ਕੋਲ, ਘਰੇ ਵੀ ਰੱਖਿਆ ਉਹਨਾਂ ਨੂੰ। ਮੈਂ ਉਹਨਾਂ ਨੂੰ ਉਦੋਂ ਕਿਹਾ, 20 ਸਾਲ ਦੀ ਗੱਲ ਹੈ, ਮੈਂ ਕਿਹਾ ਜੀ ਦੇਖੋ, ਸਾਫਿਆਂ ਵਾਲੇ ਮੁੰਡੇ ਪਹਿਲਾਂ ਲੇਬਰ 'ਤੇ ਨਹੀਂ ਸੀ ਆਉਂਦੇ ਇੱਥੇ ਗਲਫ 'ਚ, ਇਹ ਹੁਣ ਸਾਫਿਆਂ ਵਾਲੇ ਮੁੰਡੇ ਸ਼ੁਰੂ ਹੋ ਰਹੇ ਆ ਲੇਬਰ 'ਤੇ ਆਉਣ। ਹਾਂ, ਚੰਗੀ ਨੌਕਰੀ 'ਤੇ ਆਉਣ ਬੜੀ ਚੰਗੀ ਗੱਲ ਹੈ, ਬਾਹਰ ਜਾਓ, ਕੈਨੇਡਾ ਜਾ ਰਹੇ ਹੋ, ਅਮਰੀਕਾ ਜਾ ਰਹੇ ਹੋ, ਮੈਂ ਫਿਰ ਵੀ ਸਮਝ ਸਕਦਾ, ਲੇਕਿਨ ਤੁਸੀਂ ਗਲਫ ਦੇ ਵਿੱਚ, ਖਲੀਜ ਦੇ ਵਿੱਚ ਜਾ ਕੇ ਇੰਨੀ ਗਰਮੀ 'ਚ ਤੁਸੀਂ ਨੌਕਰੀ ਕਰੋ, ਇੱਕ ਬਿਲਡਿੰਗ ਜਿੱਥੇ ਬਣ ਰਹੀ ਹੈ ਉਹਦੇ ਉੱਤੇ ਮਜ਼ਦੂਰ ਦੀ ਨੌਕਰੀ। ਇਹਦਾ ਮਤਲਬ ਸਾਡੇ ਪੰਜਾਬ 'ਚ ਕੋਈ ਗੱਲ ਠੀਕ ਨਹੀਂ ਹੈ। ਅਸੀਂ ਉਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਦੇ ਸਕਦੇ? ਉਹਨਾਂ ਨੂੰ ਪੰਜਾਬ 'ਚ ਕਿਉਂ ਨਹੀਂ ਰੱਖ ਸਕਦੇ? ਹੁਣ ਉਹ 20 ਸਾਲ 'ਚ ਕੁਝ ਬਦਲਿਆ ਨਹੀਂ, ਕਿਸੇ ਨੇ ਇਹਦੇ 'ਤੇ ਵਿਚਾਰ ਨਹੀਂ। ਪਰ ਤੁਸੀਂ ਇਹ ਸਵਾਲ ਕੀਤਾ, ਉਹਨਾਂ ਨੇ ਜਵਾਬ ਨਹੀਂ ਦਿੱਤਾ। ਨਹੀਂ, ਉਹਨਾਂ ਨੇ ਸੁਣ ਲਈ ਗੱਲ, ਸੁਣ ਕੇ ਹੁਣ ਜਵਾਬ ਮੈਨੂੰ ਤਾਂ ਨਹੀਂ ਸੀ ਦੇਣਾ, ਮੈਂ ਤਾਂ ਸੁਝਾਅ ਹੀ ਦਿੱਤਾ, ਤੇ ਜੇ ਜਵਾਬ ਦੇਣਾ ਸੀ ਉਹ ਆ ਕੇ ਪੰਜਾਬ ਨੂੰ ਦਿੰਦੇ, ਤਾਂ ਇਹੋ ਜਿਹਾ ਕੋਈ ਜਵਾਬ ਨਹੀਂ ਮਿਲਿਆ। ਫਿਰ ਤੀਜੀ ਗੱਲ ਇਹਦੇ 'ਚ ਆਉਂਦੀ ਹੈ ਕਿ ਇੰਡਸਟਰੀ ਕਿਉਂ ਨਹੀਂ ਆਈ। ਅਸੀਂ ਲੁਧਿਆਣੇ ਗਏ ਉਦੋਂ, ਬੁੱਢੇ ਨਾਲੇ ਦੀ ਗੱਲ ਉੱਥੇ ਚੱਲੀ, ਫਿਰ ਬਾਬਾ ਜੀ ਸੀਚੇਵਾਲ ਇੱਥੇ ਮਿਲਣ ਆਏ ਘਰੇ, ਉਹਨਾਂ ਦਾ ਬੜਾਪਨ ਹੈ ਕਿ ਘਰੇ ਮਿਲਣਾ ਹੈ, ਤੇ ਉਹਨਾਂ ਨਾਲ ਅਸੀਂ ਜੁੜੇ ਕਿ ਦੇਖੋ ਇਹ ਵੀ ਜ਼ਰੂਰੀ ਹੈ ਕਿ ਸਸਟੇਨੇਬਲ ਡਿਵੈਲਪਮੈਂਟ, ਜਿਹੜੀ ਯੂਨਾਈਟਿਡ ਨੇਸ਼ਨਸ ਵੀ ਗੱਲ ਕਰਦੀ ਹੈ ਕਿ ਡਿਵੈਲਪਮੈਂਟ ਜਿਹੜੀ ਹੋਵੇ ਉਹ ਇਹੀ ਜਿਹੀ ਹੋਣੀ ਚਾਹੀਦੀ ਹੈ ਜਿਹਦਾ ਵਾਤਾਵਰਨ 'ਤੇ ਅਸਰ ਨਾ ਪਵੇ, ਪਾਣੀ 'ਤੇ ਨਾ ਪਵੇ। ਪਾਣੀ ਸਾਡਾ ਹੋਰ ਨੀਚੇ ਜਾਈ ਜਾ ਰਿਹਾ, ਤਾਂ ਉਹ ਕਹੀ ਜਿਹੀ ਕ੍ਰਾਂਤੀ ਤੁਸੀਂ ਲਿਆਣੇ ਜਿਹਦੇ 'ਚ ਇੰਡਸਟਰੀ ਵੀ ਹੋਵੇ ਔਰ ਜਿਹਦੇ 'ਚ ਖੇਤੀਬਾੜੀ ਵੀ ਹੋਵੇ, ਲੇਕਿਨ ਸਸਟੇਨੇਬਲ ਹੋਣ ਔਰ ਆਮਦਨ ਵਾਜੇ। ਅੱਛਾ, ਇਹਦੀ ਕੋਈ ਗੱਲ ਨਹੀਂ ਕਰਦਾ। ਸੋ ਅਸੀਂ ਕਹਿੰਦੇ ਅੱਛਾ, ਅਸੀਂ ਲਿਆਵਾਂਗੇ ਮੁੱਦੇ ਅੱਗੇ, ਐਕਸਪਰਟ ਸਾਡੇ ਨਾਲ ਜੁੜੇ ਹੈ, ਉਹਨਾਂ ਨਾਲ ਗੱਲ ਕਰਾਂਗੇ। ਉਦੋਂ ਹੁਣ ਇੱਕ ਬੜੇ ਸਿਆਣੇ ਪੁਰਸ਼ ਮਨੁੱਖ, ਜਿਹੜੇ ਮੇਰੇ ਖਿਆਲ ਰੀਜਨਲ ਸ਼ਾਇਦ ਡਿਸਟ੍ਰਿਕਟ ਐਗਰੀਕਲਚਰ ਅਫਸਰ ਰਹੇ ਸੀ, ਰਿਟਾਇਰ ਹੋਏ ਲੁਧਿਆਣੇ 'ਚ, ਉਹ ਕਹਿੰਦੇ ਜੀ ਦੇਖੋ, ਤੁਸੀਂ ਅੱਜ ਜਾ ਕੇ ਐਗਰੀਕਲਚਰ ਯੂਨੀਵਰਸਿਟੀ ਦੇ ਖੇਤ ਦੇਖੋ, ਉੱਥੇ ਨਵੀਆਂ ਵੈਰਾਈਟੀਆਂ ਸਿਰਫ ਕਣਕ ਦੀਆਂ ਤੇ ਝੋਨੇ ਦੀਆਂ, ਇਹਦੀਆਂ ਰਾਈਸ ਦੀਆਂ, ਇਹਦੀਆਂ ਗਰੋ ਕਰ ਰਹੇ ਆ। ਉਹਦੇ 'ਚ ਇਹ ਨਹੀਂ ਕੋਈ ਨਵੀਂ ਫਸਲ ਦੀ ਕੋਸ਼ਿਸ਼ ਕਰਨ, ਕੋਈ ਇਹੀ ਜਿਹੀ ਫਸਲ, ਫਰੂਟ, ਫਲ ਫਰੂਟ। ਦੇਖੋ ਦੁਨੀਆ ਦੇ ਵਿੱਚ, ਸਾਰੀ ਦੁਨੀਆ, ਜਿਵੇਂ ਹੁਣ ਚੀਨ 'ਚ ਜਿਵੇਂ ਜਿਵੇਂ ਲੋਕਾਂ ਕੋਲ ਪੈਸੇ ਜ਼ਿਆਦਾ ਹੋ ਗਏ, ਮਿਡਲ ਕਲਾਸ ਵੱਧ ਗਈ, ਤੁਹਾਡੀ ਖਾਣ ਦੀ ਆਦਤ ਬਦਲ ਜਾਂਦੀ ਹੈ। ਹਿੰਦੁਸਤਾਨ 'ਚ ਵੀ ਖਾਣ ਦੀ ਆਦਤ ਬਦਲ ਗਈ। ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਹੈ ਫਰੂਟ ਜ਼ਿਆਦਾ ਖਾਂਦੇ ਹੈ, ਉਹ ਸਬਜ਼ੀਆਂ ਜ਼ਿਆਦਾ ਤਰ੍ਹਾਂ ਦੀਆਂ ਚਾਹੁੰਦੇ ਨੇ। ਤਾਂ ਇਸ ਕਰਕੇ ਪੰਜਾਬ ਨੂੰ ਕਿਵੇਂ ਬਦਲਣਾ ਹੈ, ਉਹਦੇ 'ਚ ਇੱਕ ਤਰ੍ਹਾਂ ਦਾ ਕੈਲੀਫੋਰਨੀਆ ਕਿਵੇਂ ਬਣਾਉਣਾ। ਸੁਖਬੀਰ ਬਾਦਲ ਵੀ ਕਹਿੰਦੇ ਸੀ ਕੈਲੀਫੋਰਨੀਆ ਬਣਾਉਣਾ, ਉਹ ਤਾਂ 20 ਸਾਲ 'ਚ ਬਣਿਆ ਨਹੀਂ ਉਹਨਾਂ ਤੋਂ। ਦੱਸਣ ਕਿਉਂ ਨਹੀਂ ਬਣਿਆ, ਦੱਸਣ ਕਿਵੇਂ ਕੈਲੀਫੋਰਨੀਆ ਬਣਾਉਣਾ ਚਾਹੀਦਾ, ਆਪਣੇ ਹੋਟਲ ਬਣਾ ਕੇ। ਹੋਟਲ ਤਾਂ ਉਹਨਾਂ ਦੇ ਕੈਲੀਫੋਰਨੀਆ ਵਰਗੇ ਬਣ ਗਏ, ਲੇਕਿਨ ਪੰਜਾਬ ਦੀ ਜਿਹੜੀ ਹਰੀ ਕ੍ਰਾਂਤੀ ਹੈ ਉਹ ਉੱਥੇ ਦੀ ਉੱਥੇ ਬ੍ਰੇਕ ਲੱਗੀ ਹੋਈ ਹੈ ਜਿੱਥੇ ਕੈਰੋਂ ਸਾਹਿਬ ਛੱਡ ਗਏ। ਕੈਰੋਂ ਸਾਹਿਬ ਦੇ ਬਾਅਦ ਕੋਈ ਦੂਰ ਅੰਦੇਸ਼ ਨਹੀਂ ਆਇਆ ਜਿਹੜਾ ਕਿ ਭਾਖੜਾ ਡੈਮ ਬਣਾ ਦੇ, ਨਹਿਰਾਂ ਬਣਾ ਦੇ, ਯੂਨੀਵਰਸਿਟੀ ਬਣਾ ਦੇ, ਇਹ ਸੋਚੇ ਕਿ 20 ਸਾਲ ਬਾਅਦ, 50 ਸਾਲ ਬਾਅਦ ਪੰਜਾਬ ਨੂੰ ਕਿੱਥੇ ਲੈ ਜਾਣਾ। ਬਿਲਕੁਲ, ਤੁਸੀਂ ਕ੍ਰਾਂਤੀ ਦੀ ਗੱਲ ਕੀਤੀ ਵੀ, ਆਪਾਂ ਪਿੱਛੇ ਜਿੰਨੇ ਵੀ ਅੰਦੋਲਨ ਦੇਖੇ ਨੇ ਉਸ ਦੇ ਵਿੱਚੋਂ ਇੱਕ ਪਾਰਟੀ ਨਿਕਲੀ ਹੈ। ਹੁਣ ਇਹ ਕਿਸਾਨੀ ਅੰਦੋਲਨ ਚੱਲ ਰਿਹਾ, ਕਹਿੰਦੇ ਨੇ ਵੀ ਇਸ 'ਚੋਂ ਵੀ ਇੱਕ ਪਾਰਟੀ ਨਿਕਲਣੀ ਚਾਹੀਦੀ ਹੈ।
ਤਾਂ ਜਿਸ ਤਰ੍ਹਾਂ ਤੁਸੀਂ ਆਪਣੇ ਮੰਚ ਦਾ ਆਗਾਜ਼ ਕੀਤਾ ਤਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਆਉਂਦਾ ਵੀ ਜਿਸ ਤਰ੍ਹਾਂ ਤੁਸੀਂ ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਹੋ, ਮੁੱਦਿਆਂ ਦੀ ਗੱਲ ਕਰਦੇ ਹੋ, ਤਾਂ ਕੀ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਲੋੜ ਪਈ ਤਾਂ ਇਹ ਮੰਚ ਇੱਕ ਰਾਜਨੀਤਿਕ ਰੂਪ ਧਾਰਨ ਕਰ ਸਕਦਾ ਹੈ? ਇਹ ਮੰਚ ਰਹੂਗਾ ਜੀ, ਕਿਉਂਕਿ ਮੰਚ ਦੀ ਪੰਜਾਬ ਨੂੰ ਜ਼ਰੂਰਤ ਹੈ। ਇਹਨੂੰ ਹੌਲੀ ਹੌਲੀ ਵਧਾਵਾਂਗੇ। ਕੋਈ ਵੀ ਸਰਕਾਰ ਆ ਜਾਏ, ਜ਼ਰੂਰੀ ਨਹੀਂ ਕੌਣ ਸੀਐਮ ਅਗਲਾ ਬਣਦਾ ਜੀ, ਮੈਂ ਬਣਦਾ, ਕੋਈ ਵੀ ਬਣਦਾ, ਜਿਹੜਾ ਵੀ ਬਣਦਾ। ਇੱਥੇ ਬਹੁਤ ਬੰਦੇ ਆ, ਕਿਸੇ ਨਾਲ ਵੀ ਗੱਲ ਕਰੋ, ਉੱਥੇ ਨਾਲ ਗੱਲ ਕੇ ਕਹਿੰਦੇ ਚਿਹਰਾ ਕੌਣ ਹੋਊਗਾ, ਅੱਛਾ ਉਹਦਾ ਮਤਲਬ ਹੁੰਦਾ ਮੈਂ ਹੋਊਗਾ ਕਿ ਨਹੀਂ ਜੀ, ਆਮ ਤੌਰ ਤੇ। ਅੱਛਾ, ਸੋ ਦੁਨੀਆ ਭਰ ਦੇ ਬੰਦੇ ਆ ਸਵਾਲ ਪੁੱਛ ਰਹੇ ਪੰਜਾਬ। ਇਹ ਸਵਾਲ ਮੁਹਿੰਮ ਨਹੀਂ ਹੈ, ਕੌਣ ਸੀਐਮ ਹੋਊਗਾ ਮੁਹਿੰਮ ਨਹੀਂ ਹੈਗਾ ਜੀ, ਕਿੰਨਾ ਮੁੱਦਿਆਂ ਤੇ ਹੋਏਗਾ, ਉਹਦੇ ਨਾਲ ਕੌਣ ਬੰਦੇ ਜੁੜਨਗੇ, ਉਹ ਸੈਂਟਰ ਨਾਲ ਕਿਵੇਂ ਵਰਤੇਗਾ, ਪੰਜਾਬ ਨੂੰ ਬਾਕੀ ਦੇਸ਼ ਦੇ ਨਾਲ ਸਪਲਾਈ ਚੇਨਸ, ਬਾਹਰਲੇ ਦੇਸ਼ਾਂ ਦੇ ਨਾਲ, ਗਲਫ ਦੇ ਨਾਲ, ਈਸਟ ਏਸ਼ੀਆ ਨਾਲ ਕਿਵੇਂ ਜੋੜੇਗਾ। ਪੰਜਾਬੀ ਕਿਤੇ ਕਿਤੇ ਪਹੁੰਚ ਗਏ ਨੇ। ਅਸੀਂ ਖੂਹ ਦੇ ਡੱਡੂ ਬਣ ਕੇ ਜੇ ਪੰਜਾਬ ਨੂੰ ਚਲਾਉਣਾ ਨਹੀਂ ਚੱਲ ਸਕਦਾ। ਜੇ ਇਹੀ ਲੜੀ ਜਾਵਾਂਗੇ ਕੌਣ ਬਣੂਗਾ ਨਹੀਂ ਬਣੂਗਾ, ਕੋਈ ਇਹਦੇ 'ਚ ਇੰਪੋਰਟੈਂਸ ਨਹੀਂ ਹੈ। ਇਹ ਲੋਕਾਂ ਨੇ ਤੈਅ ਕਰਨਾ ਉਹਨਾਂ ਨੂੰ ਕੌਣ ਪਸੰਦ ਹੈ। ਲੇਕਿਨ ਇਹ ਜਿਹੜਾ ਮੰਚ ਹੈ, ਅਸੀਂ ਚਾਹੁੰਦੇ ਹਾਂ ਮੰਚ ਜੋ ਮਰਜ਼ੀ ਬਣ ਜਾਏ, ਕੱਲ੍ਹ ਨੂੰ ਮੈਂ ਕਹਿੰਦਾ ਮੈਂ ਵੀ ਬਣ ਜਾ, ਤੇ ਇਹ ਮੰਚ ਉਹ ਹੋਣਾ ਚਾਹੀਦਾ ਜਿਹੜਾ ਮੇਰੇ ਤੇ ਵੀ ਨਿਗਾਹ ਰੱਖੇ ਔਰ ਮੈਨੂੰ ਵੀ ਕਹੇ ਤੁਸੀਂ ਆਹ ਕਿਹਾ ਸੀਗਾ, ਆਹ ਨਹੀਂ ਕਰ ਰਹੇ। ਤੋ ਇਸ ਕਰਕੇ ਮੰਚ ਦਾ ਰਹਿਣਾ ਜ਼ਰੂਰੀ ਹੈ, ਇਹਦੇ ਨਾਲ ਬੰਦੇ ਜੁੜਨੇ ਜ਼ਰੂਰੀ ਹੈ। ਇਸ ਦੇ ਲਈ ਫਿਰ ਤੁਸੀਂ ਕੀ ਰਣਨੀਤੀ ਲੈ ਕੇ ਆਓਗੇ? ਕਿਉਂਕਿ ਲੋਕ ਜਾਣਨਾ ਚਾਹੁੰਦੇ ਨੇ, ਜਿੰਨੀਆਂ ਵੀ ਪਾਰਟੀਆਂ ਨੇ ਵਾਅਦੇ ਕਰ ਦਿੰਦੀਆਂ ਨੇ, ਚੋਣ ਮੈਨੀਫੈਸਟੋ ਜਾਰੀ ਕਰ ਦਿੰਦੀਆਂ ਨੇ, ਪਰ ਬਾਅਦ ਦੇ ਵਿੱਚ ਉਹ ਵਾਅਦੇ ਪੂਰੇ ਨਹੀਂ ਹੁੰਦੇ। ਅੱਜ ਹਰ ਇੱਕ ਪਾਰਟੀ ਨੂੰ ਸਵਾਲ ਪੁੱਛੇ ਜਾਂਦੇ ਨੇ, ਤਾਂ ਤੁਹਾਡੇ ਵੱਲੋਂ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਜਾਏਗੀ? 3-4 ਮੁੱਦੇ ਮੈਂ ਤੁਹਾਨੂੰ ਦੱਸਦੇ, ਬਹੁਤੇ ਮੁੱਦੇ ਨਹੀਂ ਹੈ ਜੀ, ਉਹਦੇ ਨਾਲ ਜੁੜੇ ਹੋਏ ਮੁੱਦੇ ਹੈ ਪੜ੍ਹਾਈ ਦੇ। ਜਿਹੜੀ ਸਾਡੀ ਪੜ੍ਹਾਈ ਹੈ ਉਹ ਨੌਕਰੀਆਂ ਨਾਲੋਂ ਅਲੱਗ ਹੋਊਗੀ। ਜਿਹੜੀ ਅਸੀਂ ਪੜ੍ਹਾਈ ਲੋਕਾਂ ਨੂੰ ਦੇ ਰਹੇ ਹਾਂ, BA ਦੀ ਡਿਗਰੀ ਲੈ ਲਈ, ਦੂਜੀ ਲੈ ਲਈ, ਉਹ ਨੌਕਰੀਆਂ ਨਹੀਂ ਮਿਲਦੀਆਂ ਉਹਦੇ ਨਾਲ। ਸੋ ਪੜ੍ਹਾਈ ਨੂੰ ਨੌਕਰੀ ਨਾਲ ਕਿਵੇਂ ਜੋੜਨਾ, ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟ ਤੁਹਾਡੇ ਆ, ਉਹਨਾਂ ਨੂੰ ਕਿਵੇਂ ਅਪਗ੍ਰੇਡ ਕਰਨਾ, ਉਹਨਾਂ ਨੂੰ ਕਿਵੇਂ ਯੂਰਪ ਦੇ ਲੈਵਲ ਤੇ ਲਿਆਉਣਾ। ਜੇ ਉਹੀ ਅਸੀਂ ਪੁਰਾਣੀਆਂ ਸਕਿੱਲ ਨੇ, ਜੇ ਟਾਇਰ ਰਿਪੇਅਰ ਸ਼ਾਪ, ਹੁਣ ਟਾਇਰ ਰਿਪੇਅਰ ਕੌਣ ਕਰਾਉਂਦਾ ਹੈ? ਅੱਜ ਕੱਲ੍ਹ ਦਾ ਟਿਊਬਲੈਸ ਟਾਇਰ ਹੈ ਗੱਡੀਆਂ ਦੇ, ਰੀਟਰੈਡ ਵੀ ਨਹੀਂ ਕੋਈ ਕਰਾਉਂਦਾ। ਸੋ ਟੈਕਨੋਲੋਜੀ ਬਦਲ ਗਈ ਹੈ। ਤੋ ਇਸ ਕਰਕੇ ਉਹ ਜਿਹੜੀ ITIs ਨੇ ਉਹਨਾਂ ਨੂੰ ਵੀ ਉਹ 1960 ਦੀਆਂ ਚੱਲ ਰਹੀਆਂ 1900, ਤੋ ਉਹਨਾਂ ਨੂੰ ਕਿਵੇਂ ਇਸ ਲੈਵਲ ਤੇ ਲਿਆਉਣਾ ਹੈ ਕਿ ਜਿਹੜੀ ਅੱਜ ਦੀਆਂ ਚੀਜ਼ਾਂ ਚਾਹੀਦੀਆਂ। ਇਸੇ ਕਰਕੇ ਫੈਕਟਰੀਆਂ ਆਉਂਦੀਆਂ ਨਹੀਂ ਇੱਥੇ। ਜੇ ਇੱਥੇ ਸਾਡੇ ਕੋਲ ਇੰਜੀਨੀਅਰ ਤੇ ਇਕੱਲੇ ਇੰਜੀਨੀਅਰ ਨਹੀਂ, ਦੂਸਰੇ ਸਤਰ ਦੇ ਵੀ ਬੰਦੇ ਹੋਣਗੇ, ਫੋਰਮੈਨ ਤੇ ਦੂਸਰੇ ਜਿਹੜੇ ਸਕਿੱਲਸ ਹੈ ਜਿਨ੍ਹਾਂ ਕੋਲ, ਤਾਂ ਹੀ ਇੱਥੇ ਇੰਡਸਟਰੀ ਆਊਗੀ। ਉਹ ਕਹਿਣਗੇ ਭਾਈ ਉੱਥੇ ਬੰਦੇ ਮਿਲਦੇ ਆ। ਅੱਛਾ, ਜੇ ਬਾਹਰ ਵੀ ਜਾਣਗੇ ਲੇਬਰ ਤੇ ਨਾ ਜਾਣ, ਕੋਈ ਸਕਿੱਲ ਲੈ ਕੇ ਜਾਣ। ਜਿਵੇਂ ਫਿਲੀਪੀਨਸ ਵਾਲੇ ਹੈ, ਉਹ ਕੋਰੀ ਲੇਬਰ ਨਹੀਂ ਭੇਜਦੇ ਬਾਹਰ। ਸਰਕਾਰ ਨੇ ਉੱਥੇ ਇੰਸਟੀਟਿਊਟ ਬਣਾਈ ਹੋਈ ਹੈ, ਉਹਦੇ 'ਚ ਟ੍ਰੇਨ ਕਰਦੇ ਆ ਉਹਨਾਂ ਨੂੰ, ਵੇਟਰ ਜਾਂ ਕੁੱਕ ਜਾਂ ਹਾਊਸਕੀਪਰ ਕਿਵੇਂ, ਜਾਂ ਹੋਟਲ ਦੇ ਵਿੱਚ ਹਾਊਸਕੀਪਿੰਗ ਕਿਵੇਂ ਕਰਨੀ ਹੈ। ਉਹ ਇਸ ਕਰਕੇ ਕਹਿੰਦੇ ਆ ਕਿ ਸਾਡੇ ਬੰਦੇ ਉਹੀ ਜਾਣ ਜਿਹਦੇ ਕੋਲ ਕੋਈ ਸਕਿੱਲ ਹੈ, ਵਾਈਟ ਕਾਲਰ ਜੌਬ ਜਿਹਨੂੰ ਕਹਿੰਦੇ ਆ। ਇਹ ਨਾ ਹੋਵੇ ਕਿ ਕੋਰਾ ਹੀ ਮਜ਼ਦੂਰ ਬਣਾ ਕੇ ਬਾਹਰ ਭੇਜਣਾ। ਇੱਥੇ ਕੋਈ ਹੈ ਹੀ ਨਹੀਂ, ਕੋਈ ਇਹੋ ਜਿਹਾ ਕਿਸੇ ਨੂੰ ਸੋਚ ਹੀ ਹੈ ਨਹੀਂ। ਲੱਗਦਾ ਨਹੀਂ ਵੀ ਸਿੱਧਾ ਟੱਕਰਾ ਸਰਕਾਰਾਂ ਨਾਲ ਲੈ ਰਹੇ ਹੋ? ਦੇਖੋ, ਸਰਕਾਰਾਂ ਦਾ ਟਾਕਰਾ ਤਾਂ ਉਹ ਤਾਂ ਗਿਣਦੇ ਆ ਜੇ ਤੁਸੀਂ ਕਹੋ ਜੀ ਮੈਨੂੰ ਥੋੜੀ ਗੱਦੀ ਚਾਹੀਦੀ ਹੈ, ਫਿਰ ਟਾਕਰਾ ਗਿਣਗੇ। ਹਾਂ, ਉਹ ਜ਼ਰੂਰ ਸੋਚਣਗੇ ਕਿ ਇਹ ਉਸ ਰਸਤੇ ਤੇ ਨਾ ਆ ਜਾਣ। ਲੇਕਿਨ ਮੁੱਦਿਆਂ ਵਾਲੀ ਗੱਲ ਤੇ ਜੇ ਉਹ ਤਾਂ ਮੈਂ 2008 'ਚ ਰਿਟਾਇਰ ਹੋਇਆ ਸੀ, ਉਦੋਂ ਦਾ ਪਹਿਲਾਂ ਮੈਂ ਮਨਮੋਹਨ ਸਿੰਘ ਸਰਕਾਰ ਦੀ ਆਲੋਚਨਾ ਕਰਦਾ ਰਿਹਾ। ਲੇਖ ਲਿਖੀਂਦੇ ਮਹੀਨੇ 'ਚ 2 ਜਾਂ 3 ਵਾਰ ਜਾਂ 4 ਵਾਰ ਅਖਬਾਰਾਂ 'ਚ ਲਿਖੀਂਦੇ ਆ, ਮੈਗਜ਼ੀਨਾਂ 'ਚ ਲਿਖੇ ਹੈ। ਤਾਂ ਇਸ ਕਰਕੇ ਪਬਲਿਕ ਸਪੇਸ ਦੇ ਵਿੱਚ ਆ ਕੇ ਲਿਖਤ ਦੇ ਰਾਹੀਂ, ਟੈਲੀਵਿਜ਼ਨ ਦੇ ਰਾਹੀਂ, ਅੰਗਰੇਜ਼ੀ ਟੈਲੀਵਿਜ਼ਨ ਦੇ ਰਾਹੀਂ ਤਾਂ ਮੈਂ ਕਰਦਾ ਆ ਰਿਹਾ ਪਿਛਲੇ 10-12 ਸਾਲ ਦਾ। ਤਾਂ ਉਹ ਸਰਕਾਰਾਂ ਹਮੇਸ਼ਾ ਇਸ ਚੀਜ਼ ਤੋਂ ਗੁੱਸੇ ਤਾਂ ਹੁੰਦੀਆਂ ਕਿ ਇਹ ਬੰਦਾ ਸਾਡੀ ਆਲੋਚਨਾ ਕਰਦਾ ਹੈ। ਲੇਕਿਨ ਉਹਨਾਂ ਨੂੰ ਵੀ ਪਤਾ ਹੈ ਕਿ ਜੇ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਇਹਦੇ ਵਿੱਚ ਆਵਾਜ਼ ਤਾਂ ਆਉਂਦੀ ਰਹਿਣੀ ਚਾਹੀਦੀ ਹੈ ਨਾ ਲੋਕਾਂ ਦੀ, ਜਿਹੜੇ ਕਹਿਣ ਵੀ ਭਾਈ ਆਹ ਗੱਲ ਠੀਕ ਹੈ, ਗੱਲ ਠੀਕ ਨਹੀਂ ਹੈ। ਤੇ ਇਹਦੇ ਵਿੱਚ ਗੁੱਸੇ ਹੋਣ ਦੀ ਤਾਂ ਕੋਈ ਗੱਲ ਹੈ ਨਹੀਂ, ਪਰ ਉਹ ਗੱਲ ਠੀਕ ਹੈ। ਹੁਣ ਦੀ ਜਿਹੜੀ ਸਰਕਾਰ ਹੈ, ਕਈ ਵਾਰ ਰੇਡ ਮਾਰਨੇ ਸ਼ੁਰੂ ਕਰ ਦਿੰਦੇ ਆ, ਕਈ ਵਾਰ ਇਨਕਮ ਟੈਕਸ ਪਿੱਛੇ ਲਗਾ ਦਿੰਦੇ ਆ। ਚਲੋ, ਉਹ ਉਹਨਾਂ ਦੀ ਮਰਜ਼ੀ, ਜੋ ਉਹਨਾਂ ਨੇ ਕਰਨਾ। ਲੇਕਿਨ ਅਸੀਂ ਚੁੰਡੀ ਓਨੀ ਕੀ ਵੱਢਦੇ ਹਾਂ ਜਿਹਦੇ ਨਾਲ ਉਹ ਧਿਆਨ ਦੇ ਦੇਣ, ਪਰ ਉਹ ਜ਼ਿਆਦਾ ਚੁਭੇ ਨਾ। ਜੀ, ਤੁਸੀਂ ਮੁੱਦਿਆਂ ਦੀ ਗੱਲ ਕਰ ਰਹੇ ਹੋ ਵੀ ਪਾਣੀ ਦਾ ਮੁੱਦਾ ਹੱਲ ਕਰਾਂਗੇ, ਇੰਡਸਟਰੀ ਲੈ ਕੇ ਆਵਾਂਗੇ, ਜਾਂ ਪੜ੍ਹਾਈ ਕਰਾਵਾਂਗੇ, ਜਾਂ ਦੇਸ਼ ਨੂੰ ਖੁਸ਼ਹਾਲ ਬਣਾਵਾਂਗੇ। ਸਰਕਾਰਾਂ ਵੀ ਕਹਿੰਦੀਆਂ ਨੇ, ਜਿੰਨੀਆਂ ਵੀ ਹੁਣ ਤੱਕ ਸਰਕਾਰਾਂ ਗਈਆਂ, ਅਸੀਂ ਇਹ ਮੁੱਦੇ ਲੈ ਕੇ ਚੱਲੇ ਹਾਂ ਜਾਂ ਲੋਕਾਂ ਦੇ ਹੱਲ ਕੀਤਾ ਹੈ, ਪਰ ਅਖੀਰ ਦੇ ਵਿੱਚ ਉਹਨਾਂ ਦੀ ਗੱਲ ਇੱਥੇ ਆ ਕੇ ਮੁੱਕ ਜਾਂਦੀ ਹੈ, ਪੰਜਾਬ ਦਾ ਖਜ਼ਾਨਾ ਖਾਲੀ ਹੈ। ਅਕਾਲੀਆਂ ਨੇ ਵੀ ਇਹ ਗੱਲ ਕਹੀ, ਕਾਂਗਰਸੀ ਵੀ ਹੁਣ ਇਹ ਗੱਲ ਕਹਿ ਰਹੇ ਆ। ਤਾਂ ਤੁਸੀਂ ਕਿਸ ਤਰ੍ਹਾਂ ਇਸ ਨੂੰ ਟੈਕਲ ਕਰੋਗੇ? ਕਿਉਂਕਿ ਖਜ਼ਾਨਾ ਖਾਲੀ ਹੋਣ ਨਾਲ ਤਾਂ ਆਪਾਂ ਵਿਕਾਸ ਨਹੀਂ ਕਰ ਸਕਦੇ। ਨਹੀਂ, ਉਹ ਗੱਲ ਬਿਲਕੁਲ ਠੀਕ ਹੈ। ਰੈਵਨਿਊ ਲਾਸ ਕਿੱਥੇ ਹੋ ਰਿਹਾ? ਦੇਖੋ, ਇਹ ਲੋਕਾਂ ਨੂੰ ਵੀ ਪਤਾ ਕਿੱਥੇ ਹੋ ਰਿਹਾ। 2-3 ਚੀਜ਼ਾਂ ਲੈ ਲਓ। 5 ਦਰਿਆ ਜਾਂਦੇ ਆ, ਔਰ ਪੰਜਾਬ ਤਾਂ ਹੀ ਅਸੀਂ ਕਹਿੰਦੇ ਹਾਂ ਸਾਰੇ ਤਾਂ ਪੰਜਾਬ 'ਚੋਂ ਨਹੀਂ ਨਿਕਲਦੇ। ਹੁਣ ਉਹਨਾਂ ਦਾ ਜਿਹੜਾ ਰੇਤਾ ਹੈ,
ਰੇਤਾ ਬੜੀ ਵੱਡੀ ਐਸੈਟ ਹੈ ਇੱਕ, ਕਿਉਂਕਿ ਬਿਲਡਿੰਗਸ ਬਣਨੀਆਂ, ਇਮਾਰਤਾਂ ਬਣਨੀਆਂ, ਉਹ ਰੇਤਾ ਚਾਹੀਦਾ, ਦਿੱਲੀ ਨੂੰ ਚਾਹੀਦਾ, ਇੱਥੇ ਚਾਹੀਦਾ, ਸਾਰੀ ਜਗ੍ਹਾ ਪ੍ਰੈਸ਼ਰ ਹੈ। ਉਹ ਰੇਤੇ ਤੋਂ ਜਿਹੜੀ ਆਮਦਨ ਆਉਣੀ ਚਾਹੀਦੀ ਹੈ ਉਹ ਸਰਕਾਰ ਦੇ ਖਜ਼ਾਨੇ 'ਚ ਨਹੀਂ ਆ ਰਹੀ ਪੂਰੀ। ਜੇ ਤੁਸੀਂ ਉਹਨੂੰ ਬੰਦ ਕਰੋਗੇ, ਹੋਰਾਂ ਦੀਆਂ ਜੇਬਾਂ 'ਚ ਜਾਣਾ, ਤਾਂ ਉਹ ਸਰਕਾਰ ਦੇ ਖਜ਼ਾਨੇ 'ਚ ਆਏਗਾ। ਦੂਜਾ ਸ਼ਰਾਬ ਹੈ, 2 ਵੱਡੀਆਂ ਵਿਕਰੀਆਂ। ਤੀਸਰੀ ਜੇ ਤੁਸੀਂ ਇਹਦੇ ਤੇ ਲਓ ਟਰਾਂਸਪੋਰਟ ਹੈ। ਜੇ ਇੱਕ ਡਿਪਟੀ ਚੀਫ ਮਿਨਿਸਟਰੀ ਆਪਣੀਆਂ ਬੱਸਾਂ ਚਲਾਏਗਾ, ਕੌਣ ਰੋਕੇਗਾ ਉਹਨਾਂ ਨੂੰ, ਕੌਣ ਚੈੱਕ ਕਰੇਗਾ ਕਿ ਇਹਨਾਂ ਦੀ ਆਮਦਨ ਕਿੰਨੀ ਹੋ ਰਹੀ ਹੈ, ਨਹੀਂ ਹੋ ਰਹੀ। ਸੋ ਉਹਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਮੈਂ ਇਹ ਕਹਿਣਾ ਕਿ ਕੋਈ ਐਸਾ ਬੰਦਾ ਪੋਲੀਟਿਕਸ ਨਹੀਂ ਆਉਣਾ ਚਾਹੀਦਾ ਜਿਹਦੀਆਂ ਆਪਣੀਆਂ ਬਿਜ਼ਨੈਸਿਸ ਹੈ, ਖਾਸ ਤੌਰ ਤੇ ਉਹ ਮੰਤਰਾਲੇ ਦੇ ਅੰਦਰ ਜਾਂ ਚੀਫ ਮਿਨਿਸਟਰ ਜਾਂ ਡਿਪਟੀ ਚੀਫ ਮਿਨਿਸਟਰ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਦੇ ਜਿਹੜੇ ਆਪਣੇ ਖੁਦ ਦੇ ਉਹਦੇ ਇੰਟਰਸਟ ਹੈ, ਉਹਨਾਂ 'ਚ ਟੱਕਰ ਆਉਂਦੀ ਹੈ ਉਹਦੇ ਆਪਣੇ ਇੰਟਰਸਟ ਦੀ ਔਰ ਰਾਜ ਦੇ ਇੰਟਰਸਟ ਦੀ। ਤੁਸੀਂ ਗੱਲ ਕੀਤੀ ਵੀ ਅਸੀਂ ਦੂਜੇ ਦੇਸ਼ਾਂ ਨਾਲ ਵੀ ਰਾਬਤਾ ਕਰਾਂਗੇ ਤਾਂ ਕਿ ਪੰਜਾਬ ਦਾ ਵਿਕਾਸ ਕੀਤਾ ਜਾ ਸਕੇ। ਇਹ ਸਭ ਤੋਂ ਪਹਿਲਾਂ ਤੁਹਾਨੂੰ ਪਹਿਲ ਕਦਮੀ ਸੈਂਟਰ ਗਵਰਨਮੈਂਟ ਨਾਲ ਕਰਨੀ ਪਏਗੀ। ਹਮੇਸ਼ਾ ਤੋਂ ਅਸੀਂ ਸੁਣਦੇ ਆਏ ਹਾਂ, ਜਦ ਦੇਖਿਆ ਵੀ ਸੈਂਟਰ ਨੇ ਹਮੇਸ਼ਾ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ, ਤਾਂ ਇਹ ਵੀ ਇੱਕ ਚੁਣੌਤੀ ਨਹੀਂ ਬਣੇਗੀ ਤੁਹਾਡੇ ਮੰਚ ਲਈ? ਇਹ ਤੁਹਾਡੀ ਗੱਲ ਠੀਕ ਹੈ, ਪਰ ਇਹ ਕਈ ਵਾਰ ਇਹਦਾ ਬਹਾਨਾ ਵੀ ਬਣ ਜਾਂਦਾ ਹੈ। ਉਹ ਜ਼ਰੂਰ ਹੈ ਕਿ ਜਿਹੜਾ ਪੁਰਾਣਾ ਸਾਡੇ ਤੇ ਇੰਨਾ ਜ਼ਿਆਦਾ ਪੈਸਾ ਚੜਿਆ ਹੋਇਆ ਜਿਹਦਾ ਅਸੀਂ ਇੰਟਰਸਟ ਦਿੰਦੇ ਹਾਂ, ਉਹਦੇ 'ਚ ਸੈਂਟਰ ਦੀ ਸਰਕਾਰ ਨੂੰ ਮਦਦ ਕਰਨਾ ਚਾਹੀਦਾ, ਕਿਉਂਕਿ ਜਦ ਆਤੰਕਵਾਦ ਦੇ ਟਾਈਮ ਦੇਖੋ ਲੁਧਿਆਣੇ ਨੂੰ 2 ਸੱਟਾਂ ਵੱਜੀਆਂ ਵੱਡੀਆਂ, ਉਹ ਸਾਡੀ ਇੰਡਸਟਰੀ ਦਾ ਗੜ੍ਹ ਸੀ। ਪਹਿਲਾ ਜਦ ਸੋਵੀਅਤ ਯੂਨੀਅਨ ਟੁੱਟ ਗਿਆ, ਕਿਉਂਕਿ ਇੱਥੋਂ ਦੀ ਜਿੰਨੀ ਵੂਲਨ ਇੰਡਸਟਰੀ ਸੀ, ਨਿਟਵੇਅਰ ਸੀ, ਇਹ ਉੱਥੇ ਚਲੇ ਜਾਂਦਾ ਸੀ, ਰੁਪਿਆਂ 'ਚ ਪੇਮੈਂਟ ਆ ਜਾਂਦੀ ਸੀ, ਤੇ ਇਹਨਾਂ ਦੇ ਕੋਈ ਬਹੁਤਾ ਵਜ਼ਨ ਨਹੀਂ ਸੀ ਹੁੰਦਾ, ਕਿਉਂਕਿ ਸੋਵੀਅਤ ਯੂਨੀਅਨ 'ਚ ਕੰਪੀਟੀਸ਼ਨ ਨਹੀਂ ਸੀ ਕੋਈ, ਯੂਰਪ ਦੇ ਨਹੀਂ ਸੀ ਆਉਂਦੇ, ਹੋਰਾਂ ਦੇ ਨਹੀਂ ਸੀ ਆਉਂਦੇ। ਉੱਥੇ ਜਾ ਕੇ ਜਿਹੜੀ ਚੀਜ਼ ਚਲੀ ਗਈ ਉਹਦੇ ਪੈਸੇ ਮਿਲ ਗਏ। ਜਦ ਉਹ ਟੁੱਟ ਗਿਆ, ਰੂਸ ਬਣ ਗਿਆ, ਉਹਨਾਂ ਦੀ ਮਾਰਕੀਟ ਖੁੱਲ੍ਹ ਗਈ, ਵੱਖ-ਵੱਖ ਦੇਸ਼ਾਂ ਤੋਂ ਉੱਥੇ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਫਿਰ ਇਹ ਜਾਗੇ, ਇਹਨਾਂ ਨੇ ਕਿਹਾ ਕਿ ਬਈ ਇਹਨੂੰ ਚੰਗੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰੋ। ਸੋ ਉਹਦੇ ਤੋਂ ਇੱਕ ਗੱਲ ਤੁਸੀਂ ਇਹ ਸਿੱਖਦੇ ਹੋ ਕਿ ਜੇ ਤੁਸੀਂ ਇਹ ਸੋਚ ਕੇ ਦੁਨੀਆ ਬਦਲੇਗੀ ਨਹੀਂ, ਉਸ ਤਰੀਕੇ ਨਾਲ ਪਲੈਨਿੰਗ ਕਰੀ ਜਾਓ। ਜਿਵੇਂ ਹੁਣ ਚੀਨ ਆ ਗਿਆ, ਚੀਨ ਨੇ ਉਹਨਾਂ ਦੀਆਂ ਫੈਕਟਰੀਆਂ ਫੇਲ ਕਰਤੀਆਂ, ਸਾਰੇ ਯੂਰਪ ਦੀਆਂ, ਅਮਰੀਕਾ ਦੀਆਂ, ਕਿਉਂਕਿ ਜਿੱਥੇ ਚੀਜ਼ ਸਸਤੀ ਬਣੂਗੀ ਅੱਜ ਕੱਲ੍ਹ ਦੀ ਦੁਨੀਆ 'ਚ, ਅੱਛੀ ਬਣੂਗੀ, ਉਹ ਵਿਕਣੀ ਸ਼ੁਰੂ ਹੋ ਜਾਏਗੀ। 2 ਅਮਰੀਕਾ ਦੀਆਂ ਕੰਪਨੀਆਂ ਫੋਰਡ ਤੇ ਜਨਰਲ ਮੋਟਰਸ ਇੱਥੇ ਬੰਦ ਕਰਕੇ ਚਲੀ ਗਈਆਂ ਆਪਣੀਆਂ ਫੈਕਟਰੀਆਂ। ਉਹ ਕੰਪੀਟ ਨਹੀਂ ਕਰ ਸਕਦੇ ਕੋਰੀਆ ਦੇ ਨਾਲ, ਦੂਜੀਆਂ ਕੰਪਨੀਆਂ ਨਾਲ। ਸੋ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਕਿ ਪਹਿਲਾਂ ਹੀ ਧਿਆਨ ਰੱਖਣ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਦੁਨੀਆ 'ਚ ਕੀ ਹੋ ਰਿਹਾ। ਇਕੱਲਾ ਤੁਸੀਂ ਪੰਜਾਬ ਦਾ ਇੱਥੋਂ ਆ ਦਰਵਾਜ਼ੇ ਤਾਈਂ ਸੋਚ ਕੇ ਚੱਲੀ ਜਾਓ, ਤੁਹਾਨੂੰ ਪਤਾ ਹੋਣਾ ਚਾਹੀਦਾ ਵਰਾਂਡੇ 'ਚ ਕੀ ਹੈ, ਉਹਦੇ ਅੱਗੇ ਕੀ ਹੈ। ਇਹ ਸਰਕਾਰਾਂ ਦਾ ਕੰਮ ਹੈ। ਫਿਰ ਉਹ ਇੰਡਸਟਰੀ ਨੂੰ ਪਹਿਲਾਂ ਇਸ ਗੱਲ 'ਤੇ ਚੁਸਤ ਕਰਨ ਵੀ ਆਹ ਦੁਨੀਆ ਬਦਲ ਰਹੀ ਹੈ, ਤੁਸੀਂ ਆਪਣੀਆਂ ਮਸ਼ੀਨਾਂ ਬਦਲ ਲਓ, ਆਪਣੀ ਟੈਕਨੀਕ ਬਦਲੋ। ਦੂਜੀ ਸੱਟ ਇਹਨਾਂ ਨੂੰ ਵੱਜੀ ਆਤੰਕਵਾਦ ਦੀ। ਦੇਖੋ ਹੁਣ 2 ਵੱਡੇ ਟੱਬਰ ਹੈ ਜਿਹੜੇ ਬਿਲੀਅਨਰ ਬਣ ਗਏ ਹਿੰਦੁਸਤਾਨ 'ਚ ਜਾ ਕੇ, ਮਿੱਤਲ ਤੇ ਮੁੰਜਾਲ, ਪਰ ਉਹਨਾਂ ਦੀ ਪੰਜਾਬ 'ਚ ਉਨੀ ਵੱਡੀ ਇਸ ਵੇਲੇ ਰੋਕ ਨਹੀਂ ਹੈ ਜਿੰਨੀ ਉਹਨਾਂ ਦੀ ਬਾਹਰ ਹੈ। ਕਿਉਂ ਹੋਇਆ, ਕਿਉਂ ਉਹ ਵਾਪਸ ਪੰਜਾਬ 'ਚ ਨਹੀਂ ਜੁੜਨਾ ਚਾਹੁੰਦੇ, ਪੰਜਾਬ ਨੂੰ ਅੱਗੇ ਲਿਜਾਣਾ ਨਹੀਂ ਚਾਹੁੰਦੇ? ਮੈਨੂੰ ਲੱਗਦਾ ਉਹਨਾਂ ਦਾ ਵੀ ਦਿਲ ਪੰਜਾਬ ਲਈ ਧੜਕਦਾ ਹੋਣਾ, ਲੇਕਿਨ ਉਹਨਾਂ ਨੂੰ ਲੱਗਦਾ ਇੱਥੇ ਆ ਕੇ ਵਾਤਾਵਰਨ ਠੀਕ ਨਹੀਂ ਪੰਜਾਬ ਦਾ, ਜਾਂ ਇੱਥੇ ਬੰਦੇ ਨਹੀਂ ਮਿਲਦੇ ਜਿਹਨਾਂ ਨੂੰ ਉਹਨਾਂ ਨੂੰ ਨੌਕਰੀ ਕਰ ਸਕਣ। ਕਿ ਜੇ ਉਹਨਾਂ ਨਾਲ ਬੈਠ ਕੇ ਗੱਲ ਕੀਤੀ ਜਾਵੇ ਤਾਂ ਅਸੀਂ ਹੋਰਾਂ ਨਾਲ ਜਾ ਕੇ ਬੰਬਈ ਗੱਲ ਕਰਦੇ ਹਾਂ, ਬੈਂਗਲੌਰ ਗੱਲ ਕਰਦੇ ਹਾਂ, ਦੁਨੀਆ ਨਾਲ ਗੱਲ ਕਰਦੇ ਹਾਂ। ਫਿਰ ਸਾਡੇ ਪੰਜਾਬੀ ਨੇ ਬਾਹਰ ਬੜੇ ਬੜੇ ਇੰਡਸਟਰੀ 'ਚ ਨੇ, ਬੜੀਆਂ ਬੜੀਆਂ ਸਕਿੱਲਸ ਹੈ ਉਹਨਾਂ ਕੋਲ। ਮੈਂ ਉਹਨਾਂ ਨੂੰ ਇਹੀ ਕਹਿਣਾ ਹੈ ਕਿ ਇੱਥੋਂ ਬੰਦੇ ਚ ਦੇਖੋ, ਹੁਣ ਕੇਸ ਰਜਿਸਟਰ ਕੀਤਾ ਈਡੀ ਨੇ ਕਿ ਆਪ ਵਾਲੇ ਪੈਸੇ ਇਕੱਠੇ ਕਰਕੇ ਲਿਆਏ ਸੀ। ਹੁਣ ਉਹਨਾਂ ਨੂੰ ਪੈਸੇ ਇਲੈਕਸ਼ਨ ਲਈ ਨਹੀਂ ਦੇਣੇ ਚਾਹੀਦੇ, ਮੈਂ ਪਹਿਲਾਂ ਵੀ ਕਿਹਾ, ਉਹ ਆਪਣੇ ਪੈਸੇ ਆਪਣੇ ਕੋਲ ਰੱਖਣ। ਜਦ ਇੱਥੇ ਕੋਈ ਐਸੀ ਸਰਕਾਰ ਆਉਂਦੀ ਹੈ ਜਿਹੜੀ ਉਹ ਦੇਖਦੇ ਹੈ ਕਿ ਪੰਜਾਬ ਨੂੰ ਅੱਗੇ ਵਧਾ ਸਕਦੀ ਹੈ, ਫਿਰ ਆ ਕੇ ਆਪਣਾ ਇਨਵੈਸਟਮੈਂਟ ਕਰਨ, ਇੱਥੇ ਪੈਸੇ ਲਗਾਉਣ ਕਿ ਪੰਜਾਬ 'ਚ ਟੈਕਨੋਲੋਜੀ ਲੈ ਕੇ ਆਉਣ ਬਾਹਰੋਂ। ਪੈਸੇ ਤਾਂ ਇੱਥੇ ਵੀ ਹੋ ਜਾਂਦੇ ਆ ਜੇ ਤੁਸੀਂ ਕੰਪਨੀ ਫਲੋਟ ਕਰੋ, ਲੋਕ ਬਥੇਰੇ ਜਿਹੜੇ ਇਨਵੈਸਟ ਕਰਦੇ, ਤੁਹਾਨੂੰ ਮਾਰਕੀਟ ਕਿਵੇਂ ਉੱਪਰ ਜਾ ਰਹੀ ਹੈ। ਤਾਂ ਇਸ ਕਰਕੇ ਪੈਸੇ ਦੀ ਕਮੀ ਨਹੀਂ ਹੁੰਦੀ, ਇਹ ਵਿਜ਼ਨ ਦੀ ਕਮੀ ਹੈ। ਜੇ ਤੁਹਾਨੂੰ ਪਤਾ ਨਹੀਂ, ਫਿਰ ਹਾਂ ਉਂਗਲ ਕਰਕੇ ਤੁਸੀਂ ਕਹਿ ਦਿਓ ਜੀ ਸੈਂਟਰ। ਸਰ ਜੇ ਫੰਡ ਨਹੀਂ ਆਉਣਗੇ ਤਾਂ ਪਾਰਟੀਆਂ ਪ੍ਰਚਾਰ ਕਿਵੇਂ ਕਰਨਗੇ? ਕਿਉਂਕਿ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਸੀ, ਜੇਕਰ ਉਹਨਾਂ ਨੂੰ ਬਾਹਰੋਂ ਫੰਡਿੰਗ ਨਾ ਹੁੰਦੀ ਜਾਂ ਬਾਹਰਲੇ ਲੋਕ ਹੈਲਪ ਨਾ ਕਰਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਇੰਨਾ ਕੁ ਆਪਣਾ ਰਸੂਖ ਰੱਖ ਸਕਦੇ। ਤੁਹਾਡਾ ਖਿਆਲ ਹੈ ਇੱਥੋਂ ਪੈਸਾ ਨਹੀਂ ਮਿਲਿਆ ਉਹਨਾਂ ਨੂੰ, ਟਿਕਟਾਂ 'ਚੋਂ ਪੈਸੇ ਨਹੀਂ ਮਿਲੇ। ਸੋ ਇਹ ਚੀਜ਼ ਜਿਹੜੀ ਹੈ ਇਹ ਬਦਲਣ ਦੀ ਲੋੜ ਹੈ। ਸੋ ਲੋਕਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਜਦ ਤਾਈਂ ਨਹੀਂ ਬਦਲਦੇ ਕਿ ਨਹੀਂ ਸ਼ਰਾਬ ਨਹੀਂ ਚੱਲੇਗੀ, ਸਾਨੂੰ ਨਹੀਂ ਚਾਹੀਦੀ। ਗਲਤੀ ਲੋਕਾਂ ਦੀ ਮੰਨਦੇ ਹੋ ਇੱਥੇ। ਹਾਂ, ਤਾਂ ਇਸ ਕਰਕੇ ਉਹ ਵੀ ਇਹ ਕੋਸ਼ਿਸ਼ ਨਾ ਕਰਨ ਖਰਚਾ ਕਰਵਾਉਣ ਪਾਰਟੀਆਂ ਦਾ। ਪਾਰਟੀਆਂ ਨੂੰ ਉਹ ਕਹਿੰਦੇ ਜਿਹੜਾ ਖਰਚ ਕਰਦਾ ਉਹਨੂੰ ਅਸੀਂ ਵੋਟ ਨਹੀਂ ਪਾਉਣੀ, ਅਸੀਂ ਵੋਟ ਉਹਨੂੰ ਪਾਵਾਂਗੇ ਜਿਹੜਾ ਸੱਚਾ, ਜਿਹੜਾ ਸਿੱਧੀ ਗੱਲ ਕਰੇ, ਝੂਠ ਨਾ ਬੋਲੇ, ਕਹੇ ਕਿ ਦੇਖੋ ਭਾਈ ਆਹ ਕੰਮ ਹੋ ਸਕਦਾ, ਨਹੀਂ ਹੋ ਸਕਦਾ, ਐਵੇਂ ਜੁਮਲੇ ਤੇ ਵਾਅਦੇ ਨਾ ਕਰੇ ਗਲਤ। ਬਿਜਲੀ ਇੰਨੀ ਮੁਫਤ ਦੇ ਦਾਂਗੇ, ਉਹ ਕਿੱਥੋਂ ਆਉਣੀ ਬਿਜਲੀ? ਅਮਰੀਕਾ ਤੋਂ ਆਉਣੀ ਹੈ,
ਜਾਂ ਦਿੱਲੀ ਤੋਂ ਆਉਣੀ ਹੈ, ਇੱਥੋਂ ਹੀ ਆਉਣੀ ਹੈ ਨਾ, ਪੈਸੇ ਤਾਂ ਇੱਥੇ ਹੀ ਸਰਕਾਰ ਨੇ ਦੇਣੇ ਹੈ। ਇਹਨੂੰ ਦੱਸਣਾ ਚਾਹੀਦਾ ਆਹ ਕਰਜ਼ਾ ਹੈ ਸਰਕਾਰ ਦਾ, ਇੰਨਾ ਸੂਦ ਦੇ ਰਹੇ ਆ ਇਹਦੇ ਤੇ। ਇਹਦੇ ਘਟਣ ਦੇ 2-3 ਤਰੀਕੇ, ਇੱਕ ਤਾਂ ਖਰਚੇ ਘਟਾਈਏ, ਦੂਜਾ ਆਮਦਨ ਵਧਾਈਏ। ਆਮਦਨ ਵਧਾਉਣ ਲਈ ਇਨਵੈਸਟਮੈਂਟ ਆਏਗੀ, GST ਵਧੇਗੀ, ਹੋਰ ਚੀਜ਼ਾਂ ਵਧਣਗੀਆਂ ਤਾਂ ਹੀ ਆਮਦਨ ਵਧੇਗੀ। ਜਾਂ ਕਿਸਾਨਾਂ ਦੀ ਆਮਦਨ ਵਧਾਈਏ। ਤੁਸੀਂ ਐਗਰੀਕਲਚਰ ਦਾ, ਕਿਸਾਨੀ ਦਾ ਹਲੇ ਵੀ ਬਹੁਤ ਵੱਡਾ ਹਿੱਸਾ ਹੈਗਾ GDP ਦੇ ਅੰਦਰ, ਸਟੇਟ ਦੀ ਜਿਹੜੀ ਪ੍ਰੋਡਕਸ਼ਨ ਹੈ। ਜਦ ਤੱਕ ਕਿਸਾਨ ਦੀ ਆਮਦਨ ਨਹੀਂ ਵੱਧਦੀ, ਸੂਬੇ ਦੀ ਆਮਦਨ ਨਹੀਂ ਵੱਧ ਸਕਦੀ। ਤਾਂ ਇਸ ਕਰਕੇ ਇੱਕ ਤਾਂ ਕਿਸਾਨ ਦੀ ਆਮਦਨ ਨੂੰ ਉੱਤੇ ਚੱਕਣਾ, ਨਵੀਆਂ ਫਸਲਾਂ ਕਿਹੜੀਆਂ ਲਿਆਣੇ ਜਿਹਨੇ ਉਹਦੀ ਆਮਦਨ ਵੱਧ ਜਾਏ, ਫਿਰ ਉਹਦੇ ਨਾਲ ਸਪਲਾਈ ਚੇਨਸ ਆਉਣਗੀਆਂ, ਨਵੀਂ ਇਕੋਨਮੀ ਆ ਜਾਏਗੀ। ਸੋ ਇਸ ਕਰਕੇ ਨਵੀਂ ਰਾਜਨੀਤੀ, ਨਵੀਂ ਇਕੋਨਮੀ, ਨਵੀਂ ਕ੍ਰਾਂਤੀ, ਇਹਦੇ 'ਚ ਹਰਿਆਲੀ, ਆਪਣੀ ਜਿਹਨੂੰ ਕਹਿੰਦੇ ਆ ਗ੍ਰੀਨ ਰੈਵੋਲੂਸ਼ਨ, ਇਹ ਜਦ ਤਾਈਂ ਲੋਕਾਂ ਨੂੰ ਪਾਰਟੀਆਂ ਸਾਰੀਆਂ ਦੱਸਣ ਅਸੀਂ ਪੰਜਾਬ ਨੂੰ ਕਿੱਥੇ ਲੈ, ਤਾਂ ਹੀ ਅਸੀਂ ਕਹਿੰਦੇ ਸੁਨਹਿਰਾ ਪੰਜਾਬ ਕਿਵੇਂ ਲੈ ਜਾਓਗੇ। ਸੁਨਾਰੇ ਦਿਓ, ਤੁਸੀਂ ਆਈਡੀਆਜ਼ ਦਿਓ। ਕਈ ਉਹਨਾਂ 'ਚ ਕਹਿੰਦੇ ਜੀ ਮੇਰੇ ਕੋਲ ਪਲਾਨ ਹੈ ਜੀ, ਜੇਬ 'ਚ ਪਾਈ ਹੋਈ ਹੈ ਨਾ, ਜੇਬ 'ਚ ਨਹੀਂ, ਕੱਢ ਕੇ ਦੱਸੋ ਨਾ ਪੰਜਾਬ ਨੂੰ। ਵੋਟਾਂ ਮੰਗਣ ਵੇਲੇ ਪਲਾਨ ਦੱਸੋ, ਇਹ ਝਗੜੇ ਨਾ ਕਰੋ ਚਿਹਰਾ ਕੌਣ ਹੋਊਗਾ, CM ਕੌਣ ਹੋਊਗਾ, ਮੈਂ ਹੋਊਗਾ, ਇਹ ਹੋਊਗਾ, ਅੱਜ ਬਣ ਜਾ ਕੱਲ ਬਣ ਜਾ, ਇਹ ਕੋਈ ਮੁੱਦੇ ਹੈ? ਬਿਲਕੁਲ ਸਰ, ਇੱਕ ਸਮਾਂ ਹੁੰਦਾ ਸੀ ਜਦੋਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਹਾਲਾਤ ਬਦਲੇ, ਸਮਾਂ ਬਦਲ ਗਿਆ ਤੇ ਹੁਣ ਕਹਿੰਦੇ ਵੀ ਉਹ ਸੋਨੇ ਦੀ ਚਿੜੀ ਉੱਡ ਚੁੱਕੀ ਹੈ, ਉਹ ਪੰਜਾਬ 'ਚ ਮੁੜ ਕੇ ਨਹੀਂ ਆਏਗੀ। ਤੇ ਉਹਦੇ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ, ਲੋਕਾਂ ਨੂੰ ਮੰਨਦੇ ਹੋ ਜਾਂ ਸਮੇਂ ਦੀਆਂ ਸਰਕਾਰਾਂ ਨੂੰ? ਨਹੀਂ, ਸਰਕਾਰਾਂ ਦਾ ਦੇਖੋ, ਲੋਕਾਂ ਨੂੰ ਕਿਉਂ ਤੁਸੀਂ ਕਹਿ ਸਕਦੇ ਹੋ, ਲੋਕਾਂ ਨੂੰ ਜਦ ਸਰਕਾਰ ਇੱਕ ਵਾਰ ਉਹ ਬਣਾ ਦਿੰਦੇ ਆ। ਪਰ ਗਲਤੀ ਤਾਂ ਇੱਥੇ ਲੋਕਾਂ ਦੀ ਵੀ ਹੈ ਨਾ, ਲੋਕ ਉਹਨਾਂ ਨੂੰ ਵੋਟਾਂ ਦਿੰਦੇ ਨੇ। ਜੇ ਉਹਨਾਂ ਕੋਲ ਕੋਈ ਅਲਟਰਨੇਟਿਵ ਨਾ ਹੋਵੇ, ਉਹਨਾਂ ਕੋਲ ਹੋਰ ਕੋਈ ਰਸਤਾ ਨਹੀਂ ਹੈ, ਹੋਰ ਕਿਹਨੂੰ ਉਹ ਵੋਟ ਦੇਣ? ਹੁਣ ਇਸ ਵੇਲੇ ਮੈਨੂੰ ਜੋ ਲੱਗਦਾ ਹੈ, ਜੋ ਹਾਲਾਤ ਪੰਜਾਬ 'ਚ ਬਣ ਰਹੇ ਹੈ, ਇਸ ਲਈ ਆ ਗੱਲਬਾਤ ਕਰ ਰਹੇ ਲੋਕਾਂ ਨਾਲ ਕਿ ਲੋਕ ਤਬਦੀਲੀ ਚਾਹ ਰਹੇ ਹੈ, ਉਹ ਇੱਕ ਨਵੀਂ ਕ੍ਰਾਂਤੀ ਚਾਹ ਰਹੇ ਹੈ। ਉਹ ਚਾਹ ਰਹੇ ਹੈ ਕਿ ਪੁਰਾਣੀ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੈ ਉਹ ਬਦਲੀ ਜਾਵੇ, ਪੁਰਾਣੀ ਤਰ੍ਹਾਂ ਦੀਆਂ ਗੱਲਾਂ ਬਾਤਾਂ 'ਚ ਬਦਲੀਆਂ। ਪਿਛਲੇ 20 ਸਾਲ 'ਚ 2 ਟੱਬਰਾਂ ਨੇ ਰਾਜ ਕੀਤਾ, ਸੋ ਉਹ ਦੋਨੋਂ ਜਵਾਬ ਦੇ ਨੇ ਇਸ ਗੱਲ 'ਚ ਕਿ ਤੁਸੀਂ ਦੱਸੋ ਇਹਦੇ 'ਚ ਤੁਸੀਂ ਕੀ ਪੰਜਾਬ ਦਾ ਹਾਲ ਕੀਤਾ। ਅੱਜ 16 ਨੰਬਰ ਤੇ ਹੈ ਪਰ ਕੈਪੀਟਾ 'ਚ, 4 ਨੰਬਰ ਦੇ ਸੀ 2000 'ਚ, 1980 'ਚ 1 ਨੰਬਰ ਤੇ ਸੀ, ਕਿਉਂਕਿ ਸਾਡੇ ਗਵਾਂਢੀ ਹਰਿਆਣਾ ਅੱਗੇ ਨਿਕਲ ਗਿਆ, ਹਿਮਾਚਲ ਅੱਗੇ ਨਿਕਲ ਗਿਆ। ਕਿਉਂਕਿ ਉਹ ਜਿਹੜਾ ਇੱਕ ਸੰਤੁਲਨ ਹੁੰਦਾ ਹੈ ਕਿ ਕਿੰਨੀ ਇੰਡਸਟਰੀ ਆਵੇ, ਕਿਵੇਂ ਕਿਸਾਨ ਦੀ ਆਮਦਨ ਵਧਾਉਣੀ ਹੈ, ਉਹਨੂੰ ਰਲ ਕੇ ਪੰਜਾਬ ਨੂੰ ਕਿਵੇਂ ਉੱਤੇ ਚੱਕਣਾ ਹੈ। ਆਪਣੀਆਂ ਬਿਜ਼ਨਸਾਂ ਨਹੀਂ, ਆਪਣੇ ਬੱਸਾਂ, ਆਪਣੇ ਹੋਟਲ, ਆਪਣੀ ਐਸ਼ੀ, ਇਹਦੇ ਤੇ ਖਰਚਾ ਨਹੀਂ ਹੋਣਾ ਚਾਹੀਦਾ। ਖਰਚਾ ਹੋਣਾ ਚਾਹੀਦਾ ਪਤਾ ਹੋਵੇ ਲੋਕਾਂ ਨੂੰ ਕਿ ਕਿੱਥੋਂ ਆਮਦਨ ਆ ਰਹੀ ਹੈ, ਕਿੰਨੀ ਆ ਰਹੀ ਹੈ, ਕਿਵੇਂ ਵਧਾਉਣਾ ਹੈ, ਸਰਕਾਰ ਦਾ ਕਿੰਨਾ ਖਰਚਾ ਹੈ। ਹੁਣ ਹਰੇਕ ਹੂਟਰ ਵਾਲੇ 4-4 ਗੱਡੀਆਂ ਪਿੱਛੇ ਲਈ ਫਿਰਦੇ ਪੁਲਿਸ ਦੀਆਂ, ਕਿ ਆਤੰਕਵਾਦ, ਇੱਥੇ ਕੋਈ ਆਤੰਕਵਾਦੀ ਬੰਦੂਕਾਂ ਲੈ ਕੇ ਖੜੇ ਹੈ, ਜਿਹੜੇ ਤੁਸੀਂ 5-6 ਗੱਡੀਆਂ ਨਾਲ ਲੈ ਕੇ ਪਿੱਛੇ ਤੁਰਦੇ ਹੋ। ਮੈਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ ਆਤੰਕਵਾਦੀ ਕਿੱਥੇ ਹੈ। ਮੈਕਸਿਮਮ ਇੱਕ ਗੱਡੀ ਲੈ ਲਓ। ਹਾਂ, ਬਿਲਕੁਲ ਸਰ, ਗੱਲ ਇਹ ਹੁੰਦੀ ਹੈ ਵੀ ਜੋ ਲੋਕ ਇਹਨਾਂ ਨੂੰ ਚੁਣ ਕੇ ਭੇਜਦੇ ਨੇ, ਉਹ ਬਾਅਦ ਦੇ ਵਿੱਚ ਉਹ ਸਿਰਫ ਪੈਸਾ ਆਪਣੀ ਸੁਰੱਖਿਆ ਲਈ ਖਰਚ ਕਰ ਦਿੱਤਾ ਜਾਂਦਾ ਜਾਂ ਆਪਣੇ ਪਰਿਵਾਰਾਂ ਦੀ ਭਲਾਈ ਲਈ ਕੀਤਾ ਜਾਂਦਾ ਹੈ, ਲੋਕਾਂ ਦੀ ਭਲਾਈ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਤੁਹਾਡੇ ਮੰਚ ਦਾ ਨਾਂ ਲਿਖਿਆ ਸਾਂਝਾ ਸੁਨਹਿਰਾ ਪੰਜਾਬ, ਸਾਂਝਾ ਪੰਜਾਬ ਵਸਾਉਣ ਦੀ ਗੱਲ ਕਰ ਰਹੇ ਹੋ। ਅਕਾਲੀਆਂ ਦੀ ਗੱਲ ਕਰੀਏ, ਉਹ ਕਹਿੰਦੇ ਵੀ ਸਾਡੇ ਕੱਟੜ ਅਕਾਲੀ ਨੇ, ਵੀ ਅਸੀਂ ਇਹ ਸਾਡੇ ਇੱਕ ਬੋਲ ਤੇ ਸਾਡੇ ਜਾਨ ਵਾਰ ਦਿੰਦੇ ਨੇ। ਕਾਂਗਰਸੀਆਂ ਦੀ ਗੱਲ ਕਰੀਏ, ਉਹ ਕਹਿੰਦੇ ਵੀ ਸ਼ਹਿਰਾਂ ਦੇ ਵਿੱਚ ਸਾਡੇ ਇੰਨੇ ਕੱਟੜ ਕਾਂਗਰਸੀ ਨੇ ਵੀ ਅਸੀਂ ਕਹੀਏ ਜਿੱਥੇ ਖੜ ਜਾਂਦੇ ਆ। ਅਜਿਹੇ ਲੋਕਾਂ ਦੇ ਵਿੱਚ ਤੁਸੀਂ ਪੰਜਾਬ ਦੇ ਲੋਕਾਂ ਨੂੰ ਆਪਣੇ ਨਾਲ ਕਿੱਦਾਂ ਜੋੜੋਗੇ? ਇੱਕ ਸਾਂਝਾ ਸੁਨਹਿਰਾ ਦਾ ਨਾਮ ਤਾਂ ਤੁਸੀਂ ਦੇਤਾ। ਦੇਖੋ, ਜਿੱਥੇ ਵੀ ਤਬਦੀਲੀ ਆਉਂਦੀ ਹੈ, ਹਲੇ ਆਪਣੇ ਕਿਸਾਨ ਭਰਾ ਨੇ, ਸਾਨੂੰ ਨਹੀਂ ਪਤਾ ਉਹ ਪਾਰਟੀ ਬਣਾ ਸਕਣਗੇ, ਇੱਕ ਬਣੇਗੀ, ਕਈ ਬਣੇਗੀ। ਉਗਰਾਹਾਂ ਸਾਹਿਬ ਕਹਿੰਦੇ ਆ ਉਹਨਾਂ ਨੇ ਤਾਂ ਬਣਾਉਣੀ ਨਹੀਂ, ਨਾ ਉਹ ਕਹਿਣਗੇ ਆਪਣੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਹੈ ਕਿ ਕਿਸੇ ਨੂੰ ਵੋਟ ਪਾਓ। ਤਾਂ ਇਸ ਕਰਕੇ ਕੋਈ ਇਹਦੇ 'ਚ ਹਲੇ ਪਤਾ ਨਹੀਂ ਕਿ ਕਿਸਾਨਾਂ ਦਾ ਕੀ ਇਹਦੇ ਵਿੱਚ ਹੋਏਗਾ, ਰੁਖ ਕੀ ਹੋਊਗਾ। ਲੇਕਿਨ ਜਦ ਤਬਦੀਲੀ ਆਉਂਦੀ ਹੈ ਕਿਧਰੇ, ਉਸ ਵੇਲੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਭਾਈ ਆਹ ਮੁੱਦੇ ਦੇਖੋ, ਆਹ ਕੁਝ ਅਸੂਲ ਦੇਖੋ, ਕੁਝ ਪੈਮਾਨੇ ਲਗਾਓ। ਜਿਹੜੇ ਬੰਦੇ ਤੁਹਾਨੂੰ ਪਤਾ ਹੈ ਰੇਤਿਆਂ ਦੀਆਂ ਬਿਜ਼ਨਸਾਂ ਕਰਦੇ ਆ, ਭਾਵੇਂ MLA ਹੈਗੇ, ਭਾਵੇਂ MLA ਨਹੀਂ ਸੀ, ਹੁਣ ਨੂੰ ਬਣਨਾ ਚਾਹੁੰਦੇ, ਉਹਨਾਂ ਨੂੰ ਨਾ ਪਾਓ ਵੋਟ। ਤੁਸੀਂ ਪਾਰਟੀਆਂ ਨੂੰ ਮਜਬੂਰ ਕਰੋ ਕਿ ਉਹਨਾਂ ਨੂੰ ਕਹੋ ਕਿ ਜੇ ਇਹੋ ਜਿਹੇ ਬੰਦੇ ਨੂੰ ਤੁਸੀਂ ਲਿਆਓਗੇ ਅਸੀਂ ਵੋਟ ਹੀ ਨਹੀਂ ਪਾਉਣੀ। ਤਾਂ ਇਸ ਕਰਕੇ ਜਿਹੜਿਆਂ ਦੇ ਸ਼ਰਾਬ ਦੇ ਠੇਕੇ ਨੇ, ਜਿਹੜੀਆਂ ਚੀਜ਼ਾਂ ਸਟੇਟ ਨਾਲ ਜੁੜੇ, ਜਿਹੜੇ ਬੱਸਾਂ ਚਲਾਉਂਦੇ ਆ, ਜਿਹੜੀ ਸਟੇਟ ਦੇ ਨਾਲ ਬਿਜ਼ਨਸ, ਜਿਹੜੇ ਕੰਮ ਪੰਜਾਬ ਸਟੇਟ ਚਲਾਉਂਦੀ ਹੈ ਜਾਂ ਪੰਜਾਬ ਸਟੇਟ ਦੀ ਆਮਦਨ ਨਾਲ ਜੁੜੇ ਹੋਏ ਹੈ, ਜਿੱਥੇ ਤੁਸੀਂ ਚੋਰੀ ਕਰ ਸਕਦੇ ਹੋ, ਉਹਨਾਂ ਬਿਜ਼ਨਸ 'ਚ ਨਹੀਂ। ਕੋਈ ਵਕੀਲ ਹੈ, ਕੋਈ ਡਾਕਟਰ ਹੈ, ਕੋਈ ਬਹੁਤ ਵੱਡੀ ਉਹਨਾਂ ਦੀ ਬਿਜ਼ਨਸ ਹੈ, ਮੈਂ ਸਮਝਦਾ ਇੰਡਸਟਰੀ ਚੱਲਦੀ ਹੈ ਸਾਰੀ ਦੁਨੀਆ 'ਚ, ਐਕਸਪੋਰਟ ਕਰਦੇ ਹੋਣ। ਜਿਵੇਂ ਚਲੋ ਹੀਰੋ ਵਾਲਿਆਂ ਨੂੰ ਲੈ ਲਓ, ਕੱਲ੍ਹ ਨੂੰ ਉਹ ਇਹਦੇ 'ਚ ਆਉਂਦੇ ਹੈ,
ਤਾਂ ਉਹ ਪੰਜਾਬ 'ਚ ਆ ਕੇ ਕੀ ਕਰਨਗੇ? ਉਹ ਇਹ ਤਾਂ ਨਹੀਂ ਕਹਿਣਗੇ ਕਿ ਅਸੀਂ ਜਿਹੜੀਆਂ ਆਪਣੇ ਹੀਰੋ ਦੇ ਸਕੂਟਰ ਹੈ ਸਿਰਫ ਉਹੀ ਵੇਚਾਂਗੇ ਲੋਕਾਂ ਨੂੰ। ਉਹਨਾਂ ਦੀ ਤਾਂ ਆਲਰੇਡੀ ਵਿਕ ਰਿਹਾ ਸਾਰੀ ਦੁਨੀਆ 'ਚ। ਸੋ ਜਿਹੜੇ ਇਹੋ ਜਿਹੇ ਬਿਜ਼ਨਸਮੈਨ ਨੇ ਜਿਨ੍ਹਾਂ ਦੀ ਆਲਰੇਡੀ ਬਿਜ਼ਨਸ ਸਾਰੀ ਦੁਨੀਆ ਨਾਲ, ਸਾਰੇ ਹਿੰਦੁਸਤਾਨ ਨਾਲ ਜੁੜੀ ਹੋਈ ਹੈ, ਉਹੇ ਜਿਹੇ ਬੰਦੇ ਤਾਂ ਚਲੋ ਜੁੜ ਜਾਣ ਪੋਲੀਟਿਕਸ ਨਾਲ, ਪਰ ਜਿਨ੍ਹਾਂ ਦੀ ਬਿਜ਼ਨਸ ਹੀ ਇਹ ਹੈ ਕਿ ਪੰਜਾਬ ਹੀ ਹੈ ਸਾਡੀ ਬਿਜ਼ਨਸ ਸਾਡੀ ਪੰਜਾਬ ਹੈ ਔਰ ਪੰਜਾਬ ਸਾਡੀ ਬਿਜ਼ਨਸ ਹੈ, ਉਹਨੂੰ ਕਿਵੇਂ ਤੋੜਨਾ? ਉਹ ਪੈਮਾਨਾ ਲਗਾ ਕੇ ਜੇ ਲੋਕ ਨਹੀਂ ਇਹਨੂੰ ਲਗਾਉਣਗੇ, ਕਹਿਣਗੇ ਨਵੇਂ ਬੰਦੇ ਆਉਣ, ਨਵੇਂ ਚਿਹਰੇ ਆਉਣ ਔਰ ਤਜਰਬੇ ਵਾਲੇ ਆਉਣ, ਉਹ ਆਉਣ ਜਿਨ੍ਹਾਂ ਨੇ ਜ਼ਿੰਦਗੀ 'ਚ ਕੋਈ ਕੰਮ ਕੀਤਾ ਹੈ, ਜਿਨ੍ਹਾਂ ਨੇ ਕਦੇ ਦਫ਼ਤਰਾਂ 'ਚ ਬੈਠ ਕੇ ਕੋਈ ਫੈਸਲੇ ਲਏ ਹੈ, ਜਿਨ੍ਹਾਂ ਨੇ ਵੱਡੇ ਵੱਡੇ ਲੋਕਾਂ ਨਾਲ, ਕਰਾਊਡਸ ਨਾਲ ਇਕੱਠੇ ਹੋ ਕੇ ਕਿ ਅੱਛਾ ਇਹਦਾ ਆਪਾਂ ਆਹ ਸਮਾਧਾਨ ਲੱਭਾਂਗੇ, ਵੱਡਾ ਇੰਜੀਨੀਅਰ ਹੋਵੇ, ਵੱਡਾ ਉਹਦੇ 'ਚ ਕੋਈ ਸਾਇੰਸਦਾਨ ਹੋਵੇ ਜਿਹਨੇ ਕੋਈ ਚੀਜ਼ ਕੀਤੀ ਹੈ। ਸੋ ਜਿਹੜੇ ਬੰਦਿਆਂ ਦੇ ਤਜਰਬੇ ਨੇ ਉਹਨਾਂ ਨੂੰ ਹੀ ਫਿਰ ਜੇ ਦਿੱਲੀ ਨਾਲ ਤੁਸੀਂ ਜਾ ਕੇ ਗੱਲ ਕਰੋਗੇ, ਹੁਣ ਅਸੀਂ ਜਿਵੇਂ ਮੈਂ ਹੁਣ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਭਵਨ 'ਚ ਮੈਂ ਰਿਹਾ 4 ਸਾਲ, ਇਹੋ ਜਿਹੇ ਬੜੇ ਬੰਦੇ ਨੇ। ਸੋ ਹੁਣ ਜੇ ਅਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਾਂਗੇ, ਸਾਨੂੰ ਪਤਾ ਕਿਵੇਂ ਗੱਲ ਕਰਨੀ ਹੈ। ਇਹ ਨਹੀਂ ਹੈ, ਮੈਨੂੰ ਇੱਕ ਵਾਰ ਬੰਦਾ ਦੱਸ ਰਿਹਾ ਸੀ, ਇੱਕ ਸਾਡੀ ਉਹ ਵੀ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਦਾ ਰਿਹਾ, ਉਹ ਕਹਿੰਦਾ ਕਿ ਇੱਕ ਦੂਜੀ ਪਾਰਟੀ ਦਾ ਰਾਜ ਸਭਾ ਦਾ ਮੈਂਬਰ ਕਹਿੰਦਾ ਕਿ ਜਦ ਚੇਅਰਮੈਨ ਮੇਰੀ ਕਣੀਕ ਦੇਖਦਾ ਨਾ, ਮੈਂ ਥੱਲੇ ਨੂੰ ਹੋ ਜਾਣਾ ਕਿਤੇ ਸਵਾਲ ਨਾ ਪੁੱਛ ਲੈ। ਹੁਣ ਦੱਸੋ ਇਹ ਕੋਈ ਕਲਾਸ ਹੈ? ਜੇ ਤੁਸੀਂ ਉਸ ਲੈਵਲ ਦੇ ਬੰਦੇ ਰਾਜ ਸਭਾ 'ਚ ਭੇਜੋਗੇ ਜਿਹੜੇ ਖੜੇ ਹੋ ਕੇ, ਜਦ ਉਹਨਾਂ ਨੂੰ ਇਹ ਲੱਗੇ ਕਿ ਪੰਜਾਬ ਦੀ ਹਿੱਤ ਦੀ ਗੱਲ ਹੁੰਦੀ ਹੈ, ਖੜੇ ਹੋ ਕੇ ਕਹਿਣ ਜੀ ਮੈਂ ਬੋਲਣਾ, ਮੈਨੂੰ ਬੋਲਣ ਦਿਓ, ਸਾਨੂੰ ਆਵਾਜ਼ ਨਹੀਂ ਸੁਣਦੀ। ਸਾਡੇ ਰਾਜ ਸਭਾ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਆਵਾਜ਼ ਕਿੰਨੀ ਵਾਰ ਸੁਣਦੇ ਹਾਂ ਅਸੀਂ। ਨੰਬਰ ਦੀ ਗੱਲ ਨਹੀਂ ਹੁੰਦੀ ਹੈ। ਦੇਖੋ ਜੇ ਤੁਹਾਡੀ ਆਵਾਜ਼ ਬੁਲੰਦ ਹੋਵੇ, ਉਹਨਾਂ ਨੂੰ ਪਤਾ ਹੈ ਬਾਹਰ ਜਾ ਕੇ ਟੈਲੀਵਿਜ਼ਨ ਨੂੰ ਬੋਲੇਗਾ, ਉਹਨੂੰ ਪਤਾ ਬਾਹਰ ਜਾ ਕੇ ਅਖਬਾਰ ਵਾਲਿਆਂ ਨੂੰ ਦੱਸੇਗਾ, ਤੇ ਕਿਉਂ ਸਪੀਕਰ ਜਾਂ ਚੇਅਰਮੈਨ ਕਿਵੇਂ ਬੰਦ ਕਰ ਲੇਗਾ ਉਹਦੀ ਆਵਾਜ਼? ਇਹ ਜ਼ਰੂਰੀ ਨਹੀਂ ਕਿ ਉਹਦੇ ਨਾਲ 50 ਐਮਐਲਏ ਹੋਣ, 50 ਐਮਪੀ ਹੋਣ। ਸਰ ਇਹ ਵੀ ਗੱਲ ਮੰਨਦੇ ਹੋ ਵੀ ਪੰਜਾਬ ਦਾ ਜੋ ਘਾਣ ਹੋ ਰਿਹਾ ਉਸ ਦੇ ਪਿੱਛੇ ਇੱਕ ਇਹ ਕਾਰਨ ਹੋ ਸਕਦਾ ਹੈ ਵੀ ਇੱਕ ਸਮਾਂ ਹੁੰਦਾ ਸੀ ਵੀ ਜਿਹੜਾ ਗਾਇਕ ਸੀ ਉਹ ਆਪਣਾ ਗਾਣੇ ਹੀ ਗਾਉਂਦਾ ਸੀ, ਹੁਣ ਸਮਾਂ ਬਦਲ ਗਿਆ, ਗਾਇਕ ਤੋਂ ਬਾਅਦ ਉਹ ਐਕਟਰ ਬਣ ਜਾਂਦੇ ਨੇ, ਐਕਟਰ ਤੋਂ ਬਾਅਦ ਹੁਣ ਸਿੱਧੇ ਸਿਆਸਤ ਦੇ ਵਿੱਚ ਐਂਟਰੀ ਮਾਰਨੇ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਕੁਝ ਅਜਿਹੇ ਲੀਡਰ ਨੇ ਤੇ ਇਹ ਵੀ ਇਹੋ ਜਿਹੇ ਲੀਡਰ ਵੀ ਪੰਜਾਬ ਨੂੰ ਘੁਣ ਵਾਂਗ ਖਾ ਰਹੇ ਨੇ। ਦੇਖੋ ਜੇ ਅਸੀਂ ਸਾਰਾ ਹਿੰਦੁਸਤਾਨ ਦੇਖੀਏ, ਤੁਹਾਨੂੰ ਦੇਖਿਆ ਜੈ ਲਲਿਤਾ ਕਿੱਥੇ ਅੰਤ ਹੋਇਆ, ਉਹਨਾਂ ਤੇ ਕਿੰਨੇ ਕੇਸ ਬਣੇ, ਕਰਪਸ਼ਨ ਦੇ ਕੇਸ ਬਣੇ, ਜੇਲ੍ਹ 'ਚ ਰਹੇ। ਐਨਟੀ ਰਾਮਾ ਰਾਓ, ਮੈਂ ਤਾਂ ਉਹਨਾਂ ਨਾਲ ਡੀਲ ਕਰਕੇ ਦੇਖਿਆ ਕਿ ਗਿਆਨੀ ਦੇ ਬੜੇ ਨੇੜੇ ਸੀਗੇ। ਹੁਣ ਉਹ ਵੀ ਦੇਖੋ ਉਹਨਾਂ ਦੀ ਪਾਰਟੀ ਟੁੱਟ ਗਈ, ਉਹਨਾਂ ਦਾ ਜਮਾਈ ਫਿਰ ਉਹਨੇ ਜਾ ਕੇ ਆਪਣੀ ਪਾਰਟੀ ਬਣਾ ਲਈ। ਸੋ ਇੱਕ ਵਾਰ ਤਾਂ ਤੁਸੀਂ ਐਂਟਰ ਕਰ ਸਕਦੇ ਹੋ, ਤੁਸੀਂ ਆਪਣਾ ਉਹ, ਕਿਉਂਕਿ ਉਹ ਤੁਹਾਨੂੰ ਪਛਾਣਦੇ ਹੁੰਦੇ। ਦੇਖੋ ਆਪਣਾ ਮੈਂਬਰ ਆਫ ਪਾਰਲੀਮੈਂਟ ਹੈਗਾ ਦਿਓਲ, ਹੁਣ ਜੇ ਉੱਥੇ ਵਾਪਸ ਹੀ ਨਾ ਆਓ ਲੋਕਾਂ ਦੇ, ਉਦੋਂ ਪੰਪ ਜਿਹਾ ਲੈ ਕੇ ਉਹਨਾਂ ਤੋਂ ਵੋਟਾਂ ਪਾ ਲਓ, ਇਹ ਲੋਕਾਂ ਦੀ ਵੀ ਬੇਵਕੂਫੀ ਹੈ ਕਿ ਤੁਸੀਂ ਉਹਦੀ ਪਿਕਚਰ ਦੇ ਵਿੱਚ ਉਹਨੂੰ ਦੇਖ ਕੇ ਦੇਖਿਆ ਇਹ ਬਹੁਤ ਵੱਡਾ ਹੀਰੋ ਹੈ ਜੀ, ਉੱਥੇ ਇਹਨੇ ਕੁੱਟਮਾਰ ਕੀਤੀ, ਇਹਨੇ ਬੰਦੇ ਸਿੱਧੇ ਕਰਤੇ ਸਾਰੇ। ਦੇਖੋ ਉਹ ਜੋ ਪਿਕਚਰਾਂ ਦੀ ਗੱਲ ਹੁੰਦੀ ਹੈ, ਅਮਿਤਾਭ ਬੱਚਨ ਨਾਲੋਂ ਵੱਡਾ ਤਾਂ ਕੋਈ ਐਕਟਰ ਨਹੀਂ। ਉਹ ਵੀ ਜਦ ਪੋਲੀਟਿਕਸ 'ਚ ਆਇਆ, ਉਹ ਹਲੇ ਸਿਆਣਾ ਰਿਹਾ, ਉਹਨੇ ਦੇਖਿਆ ਕਿ ਨਹੀਂ ਇਹ ਮੇਰੇ ਬਸ ਦਾ ਨਹੀਂ, ਤੇ ਉਹ ਵਿਚਾਰਾ ਛੱਡ ਕੇ ਫਿਰ ਚਲਾ ਗਿਆ। ਉਸ ਵੇਲੇ ਚਲਾ ਗਿਆ ਜਦ ਲੋਕਾਂ ਨੇ ਨਹੀਂ ਸੀ ਉਹਨੂੰ ਨਕਾਰਿਆ, ਉਹ ਆਪੇ ਵਾਪਸ ਚਲਾ ਗਿਆ। ਸੋ ਇਸ ਕਰਕੇ ਇਹ ਵੀ ਹੋਣਾ ਚਾਹੀਦਾ। ਵਿਨੋਦ ਖੰਨਾ ਜਿਵੇਂ ਸੀ, ਉਹ ਫਿਰ ਵੀ ਕੰਮ ਕਰਦੇ ਸੀ ਫੀਲਡ 'ਚ। ਮੈਂ ਉਹ ਮਿਨਿਸਟਰ ਆਫ ਸਟੇਟ ਹੁੰਦੇ ਜਦ ਮੈਂ ਵਿਦੇਸ਼ ਮੰਤਰਾਲੇ। ਸੋ ਇੱਕ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਰੇਕ ਬੰਦਾ ਨਕੰਮਾ ਹੈ ਜਿਹੜਾ ਉਸ ਏਰੀਏ 'ਚ ਹੈ, ਲੇਕਿਨ ਜੇ ਤੁਸੀਂ ਇੱਕ ਫੀਲਡ ਦੇ ਵਿੱਚ ਬਹੁਤ ਉੱਤੇ ਹੋ, ਇਹਦਾ ਮਤਲਬ ਇਹ ਨਹੀਂ ਵੀ ਕਿ ਸਿੱਧੇ ਹੀ ਤੁਸੀਂ ਪੋਲੀਟਿਕਸ ਜਾਓਗੇ ਤੇ ਉਹਦੇ 'ਚ ਵੀ ਉਹੀ ਤੁਹਾਨੂੰ ਸਕਸੈਸ, ਉਹੀ ਸਫਲਤਾ ਮਿਲੇਗੀ। ਬਿਲਕੁਲ, ਤਬਦੀਲੀਆਂ ਦਾ ਤੁਸੀਂ ਜ਼ਿਕਰ ਕੀਤਾ। ਆਮ ਆਦਮੀ ਪਾਰਟੀ ਵੀ ਕਹਿੰਦੀ ਵੀ 2 ਰਵਾਇਤੀ ਪਾਰਟੀਆਂ ਨੇ, ਉਹਨਾਂ ਤੋਂ ਨਿਜਾਤ ਪਾਉਣ ਦੀ ਲੋੜ ਹੈ। ਜੇ ਉਹਨਾਂ ਤੋਂ ਨਿਜਾਤ ਨਾ ਪਾਈ ਤਾਂ ਦੇਸ਼ ਦਾ ਵਿਕਾਸ ਨਹੀਂ ਹੋ ਸਕੇਗਾ, ਪੰਜਾਬ ਦਾ ਵਿਕਾਸ ਨਹੀਂ ਹੋਏਗਾ। ਇਹੀ ਆਪਾਂ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਵੀ ਐਲੀਗੇਸ਼ਨ ਲਗਾਏ ਨੇ, ਸਾਰੀ ਪਾਰਟੀਆਂ ਤੇ ਲਗਾਤੇ। ਇਹੋ ਜਿਹੇ ਮਾਹੌਲ ਦੇ ਵਿੱਚ ਲੋਕ ਤੁਹਾਡੇ ਮੰਚ ਦੇ ਉੱਤੇ ਕਿਸ ਤਰ੍ਹਾਂ ਯਕੀਨ ਕਰਨ? ਨਹੀਂ, ਮੰਚ ਤਾਂ ਵੋਟਾਂ ਨਹੀਂ ਮੰਗ ਰਿਹਾ, ਅਸੀਂ ਤਾਂ ਮੁੱਦੇ ਚੱਕ ਰਹੇ ਹਾਂ। ਲੋਕਾਂ ਕਦੇ ਮਨ ਦੇ ਵਿੱਚ ਤਾਂ ਡਰ ਆਉਂਦਾ ਨਾ ਵੀ ਅਸੀਂ ਹੈ ਨਾ ਇਹਨਾਂ ਨਾਲ ਜੁੜ ਜਾਈਏ ਜਾਂ ਬਾਅਦ ਦੇ ਵਿੱਚ ਸਾਨੂੰ ਅਣਗੌਲਿਆਂ ਕਰ ਦਿੱਤਾ ਜਾਵੇ ਜਿਸ ਤਰ੍ਹਾਂ ਪਹਿਲਾਂ ਹੋਇਆ। ਨਹੀਂ ਦੇਖੋ, ਜੇ ਕੋਈ ਇਹਦੇ ਚੋਂ ਨਿਕਲ ਕੇ, ਮੈਂ ਕਹਿੰਦਾ ਮੰਚ ਚੱਲਦਾ ਰਹੇਗਾ, ਜੇ ਇਹ ਚੋਂ ਨਿਕਲ ਕੇ ਕੋਈ ਸਿਆਸਤ ਜਾਂਦਾ ਹੈ, ਰਾਜਨੀਤੀ ਜਾਂਦਾ ਤਾਂ ਉਹ ਜਵਾਬਦੇਹ ਹੈ। ਉਸ ਵੇਲੇ ਲੋਕ ਉਹਨੂੰ ਪੁੱਛਣ ਕਿ ਜਿਹੜੇ ਤੂੰ ਵਾਅਦੇ ਕਰ ਰਹੇ ਹੈ ਕਿਸ ਗੱਲ ਕਰਕੇ ਕਰ ਰਹੇ ਹੈ, ਕਿਉਂ ਤੇਰਾ ਅਤਬਾਰ ਕਰੀਏ। ਲੇਕਿਨ ਮੰਚ ਦੇ ਵਿੱਚ ਕਿਉਂਕਿ ਮੁੱਦੇ ਉਠਾਉਂਦੇ ਰਹਾਂਗੇ, ਸੋ ਇਹਦੇ 'ਚ ਇਹ ਨਹੀਂ ਕਹਾਂਗੇ। ਦੇਖੋ ਜੇ ਪਾਰਟੀਆਂ ਲਈਏ, ਹੁਣ ਇਹਦੇ 'ਚ ਇੱਕ ਮੁੱਦਾ ਜਿਹੜਾ ਮੈਂ ਚੱਕ ਰਿਹਾ ਕਿ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਚਾਹੀਦੀ ਹੈ, ਰੀਜਨਲ ਪਾਰਟੀ, ਕਿਉਂਕਿ ਅਕਾਲੀ ਦਲ ਉਹ ਚੀਜ਼ ਗਵਾ ਬੈਠਾ ਹੈ। ਜਦ ਦਾ ਇੱਕ ਪਾਰਟੀ ਦੇ ਥੱਲੇ, ਇੱਕ ਫੈਮਿਲੀ ਦੇ ਨੀਚੇ, ਇੱਕ ਟੱਬਰ ਦੇ ਨੀਚੇ ਆ ਗਿਆ। ਦੂਜੀਆਂ ਦੋਨੋਂ ਪਾਰਟੀਆਂ, ਆਪ ਤੇ ਕਾਂਗਰਸ, ਇਹਨਾਂ ਦਾ ਰਿਮੋਟ ਕੰਟਰੋਲ ਹੈ ਦਿੱਲੀ।
ਉਹ ਇੱਥੇ ਨਹੀਂ ਹੈ, ਭਾਵੇਂ ਜਿਹਨੂੰ ਮਰਜ਼ੀ ਕਰ ਲੈਣ, ਤਾਂ ਹੀ ਉਹਨਾਂ ਨੂੰ ਚਿਹਰਾ, ਇੱਕ ਪਾਰਟੀ ਨੂੰ ਤਾਂ ਚਿਹਰਾ ਲੱਭਣ 'ਚ ਤਕਲੀਫ ਹੁੰਦੀ ਹੈ। ਦੂਜੇ 'ਚੋਂ ਇਹਨਾਂ ਦਾ ਥੋੜ੍ਹਾ ਜਿਹਾ ਵੀ ਜ਼ੁਕਾਮ ਹੁੰਦਾ ਹੈ, ਦਵਾਈ ਲੈਣ ਦਿੱਲੀ ਭੱਜਦੇ ਆ, ਕਈ ਵਾਰ ਤਾਂ ਦੇਹਰਾਦੂਨ ਭੱਜਦੇ ਆ, ਦਿੱਲੀ ਵੀ ਨਹੀਂ ਜਾਂਦੇ। ਸੋ ਇਸ ਕਰਕੇ ਇਹੀ ਜਿਹੀ ਪਾਰਟੀ ਨਹੀਂ ਹੋਣੀ ਚਾਹੀਦੀ। ਦੇਖੋ ਅੱਧੇ ਨਾਲੋਂ ਜ਼ਿਆਦਾ ਹਿੰਦੁਸਤਾਨ ਇਸ ਵੇਲੇ ਖੇਤਰੀਆਂ ਪਾਰਟੀਆਂ ਦੇ ਨੀਚੇ ਹੈ, ਔਰ ਉਹਨਾਂ ਦੇ ਨਾਲ ਜਦ ਵੀ ਗੱਲ ਕਰਦਾ ਹੈ, ਸੈਂਟਰ ਦਾ ਕੋਈ ਵੀ ਲੀਡਰ ਗੱਲ ਕਰੇ, ਦੇਖੋ ਉਧਰ ਬੇ ਆਫ ਬੰਗਾਲ ਤੁਸੀਂ ਲਓ, ਮਮਤਾ ਜੀ ਤੋਂ ਲਾ ਕੇ ਨੀਚੇ ਤੱਕ ਸਾਰੀਆਂ ਖੇਤਰੀ ਪਾਰਟੀਆਂ, ਤਾਮਿਲਨਾਡੂ ਤਾਈਂ, ਇਸ ਪਾਸੇ ਨੀਚੋਂ CPM ਸ਼ੁਰੂ ਹੋ ਗਈ, ਉਹ ਵੀ ਖੇਤਰੀ ਪਾਰਟੀ ਹੋਈ ਹੈ, ਇੱਕ ਸੂਬਾ ਹੈ ਉਹਨਾਂ ਕੋਲ। ਪਰ ਸਰ ਸਰਕਾਰਾਂ ਤੇ ਦਬਾਅ ਕਿਸ ਤਰ੍ਹਾਂ ਪਾਓਗੇ ਵੀ ਆਹ ਲੋਕਾਂ ਦੇ ਮੁੱਦੇ ਨੇ, ਇਹਨਾਂ ਨੂੰ ਹੱਲ ਕਰੋ? ਦੇਖੋ ਸਰਕਾਰਾਂ ਤੇ ਉਸੇ ਤਰੀਕੇ ਨਾਲ ਦਬਾਅ ਪੈਂਦਾ ਹੈ ਜਿਵੇਂ ਅਖਬਾਰ ਦਾ ਪੈਂਦਾ ਹੈ ਜਾਂ ਟੈਲੀਵਿਜ਼ਨ ਦਾ ਪੈਂਦਾ ਹੈ। ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਤੁਹਾਡੇ ਨਾਲ ਜਿਹੜੇ ਤੁਹਾਡੇ ਦਰਸ਼ਕ ਜੁੜੇ ਹੋਏ ਹੈ, ਜੇ ਉਹਨਾਂ ਤੇ ਅਸਰ ਹੋਏਗਾ ਤਾਂ ਸਰਕਾਰ ਤੇ ਤਾਂ ਅਸਰ ਹੋਏਗਾ, ਕਿਉਂਕਿ ਉਹ ਵੀ, ਉਹਨਾਂ ਦੇ ਵੀ ਰਿਸ਼ਤੇਦਾਰ ਨੇ ਜਿਹੜੇ ਤੁਹਾਡੇ ਕੈਨੇਡਾ 'ਚ ਦੇਖ ਰਹੇ ਹੈ, ਉਹ ਪੈਸੇ ਭੇਜਣ ਨਾ ਭੇਜਣ, ਮੈਂ ਤਾਂ ਕਹਿ ਰਿਹਾ ਮਤ ਭੇਜੋ, ਕਿਉਂਕਿ ਉਹ ਪੈਸੇ ਪੋਲੀਟਿਕਸ ਲਈ ਮਤ ਤੁਸੀਂ ਇੱਥੇ ਭੇਜੋ। ਇੱਕ ਤਾਂ ਉਹ ਦੁਰਉਪਯੋਗ ਉਹਦਾ ਕਰਦੇ ਹੈ, ਇੱਧਰ ਉੱਧਰ ਸਿੱਟਦੇ ਹੈ, ਦੂਜਾ ਤੁਸੀਂ ਉਹਨੂੰ ਸਾਂਭ ਕੇ ਰੱਖੋ ਆਪਣੀ ਰਾਸ਼ੀ ਨੂੰ। ਜਦ ਇੱਥੇ ਕਿ ਤੁਸੀਂ ਸਮਝਦੇ ਆ ਚੰਗਾ ਲੀਡਰ ਕੋਈ ਆਏਗਾ, ਚੰਗੀ ਸਰਕਾਰ ਬਣੇਗੀ, ਵੀ ਪੰਜਾਬ 'ਚ ਲਗਾਓ, ਆ ਕੇ ਪੰਜਾਬ 'ਚ ਕੋਈ ਕਾਰੋਬਾਰ ਚਲਾਓ, ਇੱਥੇ ਕੋਈ ਇਨਵੈਸਟਮੈਂਟ ਕਰੋ, ਇੱਥੇ ਕਿਸੇ ਚੀਜ਼ 'ਚ ਲਗਾਓ, ਕੋਈ ਟੈਕਨੋਲੋਜੀ ਬਾਹਰੋਂ ਲੈ ਕੇ ਆਓ। ਯਾਨੀ ਕਿ ਇਸ ਸਮੇਂ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਵੀ ਜੇ ਪੰਜਾਬ ਦੇ ਲੋਕ ਇੱਕ ਲੀਡਰ ਨੂੰ ਚੁਣਨ ਤਾਂ ਉਹ ਵੀ ਉਹਨਾਂ ਨੂੰ ਲੱਭਣਾ ਔਖਾ ਹੋ ਜਾਏਗਾ। ਨਹੀਂ, ਲੀਡਰ ਤਾਂ ਨਿਕਲੇ ਹੋਣੇ, ਮੈਂ ਕਹਿੰਦਾ ਇਹ ਜ਼ਰੂਰੀ, ਇੱਕ ਚੰਗਾ ਲੀਡਰ, ਹਾਂ ਉਹ ਜ਼ਰੂਰੀ ਹੈ। ਜੇ ਅਸੀਂ ਅਸੂਲ ਬਣਾ ਲਈਏ ਔਰ ਗਾਈਡਲਾਈਨਸ ਬਣ ਜਾਣ ਕਿ ਇਸ ਤਰ੍ਹਾਂ ਦਾ ਬੰਦਾ ਨਹੀਂ ਆ ਸਕਦਾ ਪੋਲੀਟਿਕਸ 'ਚ, ਉਹ ਆਪੇ ਚੁਣੇ ਜਾਣਗੇ ਲੀਡਰ। ਆਪਾਂ ਨੌਜਵਾਨਾਂ ਨੂੰ ਸਮਝਾ ਸਕਦੇ ਹਾਂ, ਪੜ੍ਹੇ ਲਿਖੇ ਨੇ, ਪਰ ਜਿਹੜੇ ਸਾਡੇ ਘਰਾਂ ਦੇ ਵਿੱਚ ਬਜ਼ੁਰਗ ਬੈਠੇ ਨੇ ਜਾਂ ਜਿਹੜੇ ਸ਼ੁਰੂ ਤੋਂ ਹੀ ਕਹਿੰਦੇ ਅਸੀਂ ਪੱਕੇ ਅਕਾਲੀ ਹਾਂ ਜਾਂ ਪੱਕੇ, ਉਹਨਾਂ ਨੂੰ ਸਮਝਾਉਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ, ਤਾਂ ਇਹ ਇੱਕ ਚੈਲੰਜ ਨਹੀਂ ਹੋ ਜਾਂਦਾ? ਦੇਖੋ ਜੇ ਇਹ ਸਮਝੀਏ ਕਿ ਕੋਈ ਅਸੀਂ ਨਵੀਂ ਗੱਲ ਕਰੀਏ ਤੇ ਸਾਰੇ ਅਕਾਲੀ ਟੁੱਟ ਕੇ ਇੱਕ ਪਾਸੇ ਆ ਜਾਣ, ਸਾਰੇ ਕਾਂਗਰਸ, ਉਹ ਨਹੀਂ ਹੁੰਦਾ। ਜਿਹੜੀ ਕੋਰ ਹੁੰਦੀ ਹੈ ਨਾ, ਮੋਟੀ ਵੋਟ ਹਰੇਕ ਪਾਰਟੀ ਦੀ, ਉਹ ਹੋਏਗੀ 15%, 20%, ਉਦੋਂ ਵੱਧ ਨਹੀਂ ਹੁੰਦੀ, ਬਾਕੀ ਉਹਦੇ ਨਾਲ ਜੁੜੇ ਹੁੰਦੇ ਆ। ਤਬਦੀਲੀ ਜਿਹੜਾ ਵੋਟਰ ਲਿਆਉਂਦਾ ਹੈ, ਉਹ ਹੁੰਦਾ ਹੈ ਜਿਹੜਾ ਕਿਸੇ ਪਾਸੇ ਵਿੱਚ, ਜਿਹੜਾ ਆਪ ਨਾਲ ਜੁੜ ਗਿਆ ਸੀ ਜਾ ਕੇ। ਆਪ ਦੀ ਜਿਹੜੀ ਵੋਟ ਹੈ ਉਹ ਕਿਸੇ ਇੱਕ ਸੋਚ ਨਾਲ ਹੁਣ ਨਹੀਂ ਜੁੜੀ ਹੋਈ। ਸੋਚ ਤਾਂ ਇਹੀ ਸੀ ਹਿੰਦੁਸਤਾਨ ਕਰਪਸ਼ਨ ਦੇ ਖਿਲਾਫ ਕਿਵੇਂ ਹੈ, ਉਸ ਤੋਂ ਆਪ ਵੀ ਕਿਤੇ ਦੀ ਕਿਤੇ ਪਹੁੰਚ ਗਈ, ਉਸ ਚੀਜ਼ ਤੇ ਨਹੀਂ ਰਹੀ। ਤਾਂ ਇਹਨਾਂ ਦੀ ਕੋਈ ਆਈਡੀਓਲੋਜੀ ਨਹੀਂ ਹੈ। ਜਿਹੜੇ ਆਪ ਨਾਲ ਜੁੜੇ ਹੋਏ ਹੈ ਉਹ ਪੰਜਾਬੀ ਨੇ, ਜਿਹੜੇ ਪੰਜਾਬ ਦਾ ਭਲਾ ਚਾਹ ਰਹੇ ਆ, ਉਹਨਾਂ ਨੂੰ ਜੇ ਲੱਗੇਗਾ ਕੋਈ ਹੋਰ ਰਸਤਾ ਹੈ, ਉਹ ਛਾਲਾਂ ਜਲਦੀ ਮਾਰਨਗੇ। ਅੱਛਾ, ਜਿਹੜੇ ਇਹਨਾਂ ਅਕਾਲੀ ਦਲ ਔਰ ਕਾਂਗਰਸ ਦੇ ਵੀ ਜਿਹੜੇ ਬਾਹਰਲੀ ਲੇਅਰ ਹੈ, ਉਹ ਵੀ ਬਦਲ ਜਾਣਗੇ ਜਲਦੀ, ਉਹ ਬਦਲ ਸਕਦੇ ਆ। ਹਾਂ, ਉਹ ਜ਼ਰੂਰੀ ਹੈ ਜਿਹੜੀ ਉਹਨਾਂ ਦੀ 15-20% ਵੋਟ ਹੈ ਉਹ ਨਹੀਂ ਬਦਲੇਗੀ, ਪਰ ਉਹ ਤਾਂ ਤੈਅ ਨਹੀਂ ਕਰ ਸਕਦੀ ਨਾ ਕਿੰਨੀ ਹੋਗੀ। 30% ਵੋਟ ਹੋਗੀ ਤੇ 70% ਵੋਟ ਹੈ ਜਿਹੜੀ, ਜੇ 4-5 ਡਿਫਰੈਂਟ ਗਰੁੱਪ ਦੇ ਲੜਾਈ ਹੋਵੇ, ਉਹਦੇ ਤੁਸੀਂ ਦੇਖੋਗੇ ਫਿਰ ਇਹਦੇ 'ਚ ਬੜੇ ਘੱਟ ਫਰਕ ਰਹੇਗਾ ਵੋਟਾਂ ਦਾ, ਜਿਹਦੇ ਉੱਤੇ ਬੰਦੇ ਜਿੱਤਣਗੇ ਜਾਂ ਹਾਰਨਗੇ। ਲੇਕਿਨ ਤਬਦੀਲੀ ਉਹਦੇ 'ਚ 25-30% ਬੰਦੇ, ਤੀਜਾ ਹਿੱਸਾ ਤਬਦੀਲੀ ਲਿਆ ਸਕਦਾ ਪੰਜਾਬ 'ਚ। ਤੁਹਾਨੂੰ ਕੋਈ 50% ਨਹੀਂ ਚਾਹੀਦੇ। ਅਗਲਾ ਐਕਸ਼ਨ ਪਲਾਨ ਕੀ ਰਹੇਗਾ ਤੁਹਾਡੇ ਮੰਚ ਦਾ? ਦੇਖੋ ਅਸੀਂ ਅਲੱਗ-ਅਲੱਗ ਜਗ੍ਹਾ, ਹੁਣ ਬਠਿੰਡੇ ਜਾ ਰਹੇ ਹਾਂ, ਫਿਰ ਮਾਨਸਾ ਰੱਖਿਆ, ਉਹਦੇ ਬਾਅਦ ਫੰਕਸ਼ਨ, ਔਰ ਉਹਦੇ 'ਚ ਉੱਥੋਂ ਦੇ ਹੀ ਬੰਦੇ ਲੱਭਦੇ ਆ ਕਿ ਮਿਲ ਜਾਣ। ਜਿਵੇਂ ਉਦੋਂ ਲੁਧਿਆਣੇ ਗਏ, ਕਈ ਚੰਗੇ ਪੁਰਸ਼ ਉੱਥੇ ਆਏ ਸੀ, ਪੁਰਾਣੇ ਚੇਅਰਮੈਨ ਇਲੈਕਟ੍ਰਿਸਿਟੀ ਬੋਰਡ ਦੇ, ਕਾਲਜ ਦੇ ਪ੍ਰਿੰਸੀਪਲ, ਇਹੋ ਜਿਹੇ ਬੰਦੇ 50 ਬੰਦੇ ਸੀਗੇ। ਲੇਕਿਨ ਉਹ ਬੰਦਿਆਂ 'ਚੋਂ ਫਿਰ ਅੱਗੇ ਬੰਦੇ ਨਿਕਲੇ ਆਏ ਸੀ। ਫਿਰ ਉਹ ਹੁਣ ਜਿਹੜੇ ਨਾਲ ਸਾਡੇ ਜੁੜ ਰਹੇ ਨੇ, ਵੱਡਾ ਫੰਕਸ਼ਨ ਇੱਕ ਇਹੀ ਇਨਵਾਇਰਨਮੈਂਟ ਦੇ ਉੱਤੇ ਕਰਾਂਗੇ, ਉੱਥੇ ਵਾਤਾਵਰਨ ਦੇ ਉੱਤੇ, ਕਿਉਂਕਿ ਜਿਹੜਾ ਬੁੱਢੇ ਨਾਲੇ 'ਚੋਂ ਜਾ ਰਿਹਾ ਉਹ ਸਤਲੁਜ ਜਾਂਦਾ, ਉੱਥੋਂ ਨਹਿਰਾਂ 'ਚੋਂ ਨਿਕਲ ਕੇ ਫਿਰ ਵਾਪਸ ਪੰਜਾਬ ਔਰ ਹਰਿਆਣੇ ਜਾਂਦਾ, ਜਿੱਥੇ ਕੈਂਸਰ ਬੈਲਟ ਬਣਦੀ ਹੈ। ਸੋ ਇਸ ਚੀਜ਼ ਨੂੰ ਇਹ ਸਮਝਾਉਣਾ ਸਾਰਿਆਂ ਨੂੰ ਕਿ ਜੇ ਇੱਥੇ ਰੁਕੂਗਾ, ਸੀਚੇਵਾਲ ਬਾਬਾ ਜੀ ਜਿਹੜੇ ਕਹਿ ਰਹੇ ਹੈ ਬਿਲਕੁਲ ਠੀਕ ਗੱਲ ਹੈ। ਸੋ ਉਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਜੁੜਨ, ਇਕੱਠਾ ਇੱਕ ਫੰਕਸ਼ਨ ਕਰੀਏ ਜਿਹਦੇ 'ਚ ਬਹੁਤ, ਜਿੰਨੇ ਕੁ ਅੱਜ ਕੱਲ੍ਹ ਆਉਣ ਦਿੰਦੇ ਆ ਬੰਦੇ ਕੋਵਿਡ ਕਰਕੇ, ਉਨੇ ਕੁ ਬੰਦੇ ਇਕੱਠੇ ਕਰੀਏ ਤਾਂ ਕਿ ਇਹ ਮੁੱਦਿਆਂ 'ਤੇ ਧਿਆਨ ਰਹੇ ਕਿ ਅਸੀਂ ਵਾਤਾਵਰਨ 'ਤੇ ਕੀ ਅਸਰ ਪੈ ਰਿਹਾ, ਹਰੇਕ ਬੱਚਾ ਇਸ ਗੱਲ ਨੂੰ ਸੋਚੇ। ਬਿਲਕੁਲ, ਜੇ ਕਿਸੇ ਨੇ ਤੁਹਾਡੇ ਇਸ ਮੰਚ ਦਾ ਹਿੱਸਾ ਬਣਨਾ ਹੋਵੇ ਤਾਂ ਤੁਹਾਡੇ ਨਾਲ ਕਿਸ ਤਰ੍ਹਾਂ ਰਾਬਤਾ ਕਾਇਮ ਕਰ ਸਕਦੇ? ਤੁਸੀਂ ਇੱਕ ਟੈਲੀਫੋਨ ਨੰਬਰ ਹੈ, ਇਹਦੇ 'ਤੇ ਨਹੀਂ ਦਿੱਤਾ ਹੋਇਆ, 74064 5 ਵਾਰੀ 5 5 5 5 5 5 74064 74064 5 5 5 5 5 5 ਵਾਰੀ 5। ਸੋ ਇਸ 'ਤੇ ਮਿਸ ਕਾਲ ਦੇਣ
ਉਹਨਾਂ ਦਾ ਨੰਬਰ ਆ ਜਾਏਗਾ। ਸਾਡੇ ਕੋਲ ਕਾਫੀ 1500 2000 ਬੰਦਿਆਂ ਦੀ ਮਿਸ ਕਾਲ ਆ ਚੁੱਕੀ ਹੈ। ਉਹਦੇ 'ਚੋਂ WhatsApp ਦੇ ਗਰੁੱਪ ਬਣਾਉਣੇ ਆ, ਉਹਨਾਂ ਨੂੰ ਜੋੜਦੇ ਆ। ਕੁਛ ਜੁੜ ਕੇ ਥੋੜ੍ਹੇ ਛੱਡ ਜਾਂਦੇ ਹੈ, ਕੁਛ ਜਿਹੜੇ ਜੁੜੇ ਆ ਉਹ ਹੋਰ ਬੰਦਿਆਂ ਨੂੰ ਲਿਆਉਂਦੇ ਆ। ਸੋ ਇਸ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੀ ਜਗ੍ਹਾ ਜਿੱਥੇ ਜਿੱਥੇ ਜਾਂਦੇ ਆ, ਮਾਲਵੇ 'ਚ, ਦੁਆਬੇ 'ਚ, ਮਾਝੇ 'ਚ ਬੰਦੇ ਸਾਡੇ ਨਾਲ ਜੁੜਦੇ ਜਾਣ। ਅੱਛਾ, ਉਹੀ ਸਾਡੀਆਂ ਬਾਹਾਂ ਹੈ, ਉਹੀ ਸਾਡੀਆਂ ਟੰਗਾਂ ਹੈ। ਬਿਲਕੁਲ ਤਜਰਬੇਕਾਰ ਕਾਫੀ ਸ਼ਖਸ ਤੁਸੀਂ ਆਪਣੇ ਇਸ ਮੰਚ ਦੇ ਨਾਲ ਜੋੜ ਰਹੇ ਹੋ। ਤਾਂ ਮੇਰਾ ਅਖੀਰਲਾ ਸਵਾਲ ਹੈ ਵੀ ਪੰਜਾਬ ਦੇ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਕਿਉਂਕਿ ਪੰਜਾਬ ਦਾ ਯੂਥ ਹੀ ਹੁਣ ਅੱਗੇ ਪੰਜਾਬ ਦਾ ਭਵਿੱਖ ਸਿਰਜੇਗਾ। ਦੇਖੋ, ਯੂਥ ਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਇੱਥੇ ਦਾ ਇੱਥੇ ਰਹੇ ਜੀ। ਉਹਨੂੰ ਅਸੀਂ ਦੱਸ ਸਕੀਏ, ਇੱਕ ਪਲਾਨ ਬਣਾ ਕੇ ਦੱਸ ਸਕੀਏ ਕਿ ਤੁਸੀਂ ਉਮੀਦ ਨਾ ਹਾਰੋ। ਇਹ ਪੰਜਾਬ ਦੁਬਾਰਾ ਸੁਨਹਿਰਾ ਬਣ ਸਕਦਾ ਹੈ, ਇਹਦੇ ਦੁਬਾਰਾ ਇਨਵੈਸਟਮੈਂਟ ਆ ਸਕਦੀ ਹੈ, ਦੁਬਾਰਾ ਨਵੀਂ ਤਰ੍ਹਾਂ ਦੀ ਇੰਡਸਟਰੀ। ਇਹਨੂੰ ਕੈਲੀਫੋਰਨੀਆ ਕਿਵੇਂ ਬਣਾਉਣਾ ਹੈ, ਬਣਾ ਸਕਦੇ ਹਾਂ ਆਪਾਂ। ਸਿੱਖਿਆ ਨੂੰ, ਪੜ੍ਹਾਈ ਨੂੰ ਕਿਵੇਂ ਜੋੜਨਾ ਨੌਕਰੀਆਂ ਨਾਲ, ਕਿਵੇਂ ਤੁਹਾਡੀ ਸਕਿੱਲ ਨੂੰ ਅਪਗ੍ਰੇਡ ਕਰਨਾ ਹੈ, ਕਿਵੇਂ ਡਰੱਗ ਦੀ ਜਿਹੜੀ ਮੈਨਸ ਹੈ ਨਸ਼ੇ ਦੀ, ਉਹਨੂੰ ਆਪਾਂ ਕਿਵੇਂ ਕੰਟਰੋਲ ਕਰਨਾ ਹੈ, ਉਹਨੂੰ ਵਕਤ ਲੱਗੇਗਾ, ਕਿਵੇਂ ਕੰਟਰੋਲ ਕਰਨਾ ਹੈ। ਜਿਹੜਾ ਸੰਤੁਲਨ ਵਿਗੜਿਆ ਹੋਇਆ, ਜੇ ਪੁਲਿਸ ਬਹੁਤ ਹਾਮੀ ਹੋਈ ਹੈ ਪੰਜਾਬ ਦੇ ਵਿੱਚ, ਉਹਨੂੰ ਕਿਵੇਂ ਸੰਭਾਲਣਾ ਹੈ ਤਾਂ ਕਿ ਐਡਮਿਨਿਸਟ੍ਰੇਟਿਵ ਰਿਫਾਰਮ ਜਿਹਨੂੰ ਕਹਿੰਦੇ ਆ, ਰੈਵਨਿਊ ਡਿਪਾਰਟਮੈਂਟ ਹੈ, ਉਹਦੇ 'ਚ ਜਿਹੜੀ ਪੈਸੇ ਇਕੱਠੇ ਕਰਦੇ ਔਰ ਜਿਹੜੀ ਕੋਈ ਤੁਸੀਂ ਕੰਮ ਨਹੀਂ ਕਰਾ ਸਕਦੇ ਬਿਨਾਂ ਪੈਸੇ ਦਿੱਤਿਆਂ, ਉਹਨੂੰ ਕਿਵੇਂ ਚੈੱਕ ਕਰਨਾ। ਇਹਦੇ 'ਚ ਕੋਈ ਇਹ ਰਾਕਟ ਸਾਇੰਸ ਨਹੀਂ ਹੈ। ਜੇ ਤੁਸੀਂ ਮੋਨੀਟਰਿੰਗ ਸਿਸਟਮ ਬਣਾ ਲਓ, ਜਿਵੇਂ ਮੋਟੀ ਗੱਲ ਕਹਿੰਦੇ ਤੁਸੀਂ ਆਪਣੀ ਰਜਿਸਟਰੀ ਕਰਾਉਣੀ ਹੈ, ਉਹਦੇ 'ਤੇ ਉਹ ਕੰਪਿਊਟਰ 'ਤੇ ਟਰੇਸ ਹੋ ਸਕਦੀ ਹੈ ਫਾਈਲ ਕਿ ਕਿੱਦਣ ਤੁਸੀਂ ਜਮ੍ਹਾਂ ਕਿੱਦਣ ਕੀਤੀ। ਉਹਦੇ 'ਚ ਹੋਣਾ ਚਾਹੀਦਾ ਜੇ 48 ਘੰਟੇ ਦੇ ਅੰਦਰ ਅੰਦਰ ਰਜਿਸਟਰੀ ਨਹੀਂ ਹੁੰਦੀ, ਜਾਂ ਤਾਂ ਉਹਦੇ 'ਤੇ ਤਹਿਸੀਲਦਾਰ ਲਿਖ ਕੇ ਲਾਵੇ ਕਿ ਇਹਦੇ 'ਚ ਕੀ ਕਮੀ ਹੈ, ਲਿਖ ਕੇ ਲਾਵੇ ਔਰ ਬੰਦੇ ਨੂੰ ਈਮੇਲ ਕਰਕੇ ਭੇਜੇ ਕਿ ਤੁਹਾਡੇ ਆ ਕਾਗਜ਼ਾਂ 'ਚ ਆ ਕਮੀ ਹੈ। ਜੇ ਉਹ 48 ਘੰਟੇ ਤੋਂ ਵੱਧ ਪਈ ਰਹੀ ਤਹਿਸੀਲ 'ਚ ਔਰ ਰਜਿਸਟਰੀ ਨਹੀਂ ਹੋਈ ਤਾਂ ਜਵਾਬਦੇਹ ਹੋਏਗਾ ਤਹਿਸੀਲਦਾਰ। ਹੁਣ ਉਹ ਇਹ ਕਰ ਸਕਦਾ ਨਾ, ਦਬ ਲਓ ਜਦ ਤਾਈਂ ਪੈਸੇ ਨਹੀਂ ਆਉਂਦੇ। ਤਾਂ ਇਹ ਕਿੰਨਾ ਕੁ ਔਖਾ ਹੈ ਕਰਨਾ। ਅੱਛਾ, ਫਿਰ ਤੁਹਾਡੇ ਟਰੱਕ ਨੇ, ਤੁਸੀਂ ਰੇਤੇ ਦੀ ਗੱਲ ਕਰ ਰਹੇ ਹੋ, ਹੁਣ ਜਗ੍ਹਾ ਜਗ੍ਹਾ GPS ਸਿਸਟਮ ਨੇ, ਜਗ੍ਹਾ ਜਗ੍ਹਾ ਟੋਲ ਬੂਥ ਨੇ ਜਿੱਥੇ ਉਹ ਟਰੱਕਾਂ ਦੀ ਪਿਕਚਰ ਖਿੱਚੀ ਜਾਂਦੀ ਹੈ ਜਦ ਸੜਕਾਂ 'ਤੇ ਨਿਕਲਦੇ ਆ। ਜਿੱਥੋਂ 5-7 ਜਗ੍ਹਾ ਤੋਂ ਤੁਹਾਨੂੰ ਪਤਾ ਹਰੇਕ ਦਰਿਆ ਦੇ ਵਿੱਚੋਂ ਕਿੱਥੋਂ ਟਰੱਕ ਨਿਕਲਦੇ, ਹਰੇਕ ਜਗ੍ਹਾ ਤੋਂ ਤਾਂ ਟਰੱਕ ਨਹੀਂ ਨਾ ਨਿਕਲ ਸਕਦਾ, ਦਰਿਆ ਦੇ ਕੰਢੇ ਉੱਚੇ ਹੁੰਦੇ ਆ। ਜਿਹੜੇ ਉਹ 5-7 ਜਗ੍ਹਾ ਨੇ, ਜੇ ਉੱਥੇ ਤੁਸੀਂ ਕੈਮਰੇ ਲਾਏ ਹੋਣ, ਟਰੱਕਾਂ 'ਤੇ GPS ਸਿਸਟਮ ਲਾਏ ਹੋਣ, ਉਹ ਕਿੰਨੇ ਕੁ ਮਹਿੰਗੇ, 15-20 ਹਜ਼ਾਰ ਦਾ ਆ ਜਾਂਦਾ ਹੈ। ਉਹ ਟਰੱਕ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਵੇਲੇ ਕਿੱਥੇ ਸੀ, ਕਿੱਥੋਂ ਨਿਕਲ ਕੇ ਕਿੱਧਰ ਗਿਆ। ਫਿਰ ਤੁਹਾਨੂੰ ਟਾਈਮ ਪਤਾ ਲੱਗ ਜਾਣਾ ਚਾਹੀਦਾ, ਇੱਥੋਂ ਨਿਕਲਦਾ ਹੈ ਤਾਂ ਰਸਤੇ 'ਚ। ਅੱਛਾ, ਫਿਰ ਚੈੱਕ, ਸਰਪ੍ਰਾਈਜ਼ ਚੈੱਕ ਕਰਨਾ ਚਾਹੀਦਾ, ਕੋਈ ਪੁਲਿਸ ਵਾਲੇ ਐਵੇਂ ਰੋਕ ਕੇ ਤਾਂ ਨਹੀਂ ਪੈਸੇ ਲਈ ਜਾਂਦੇ ਉਹ ਤੋਂ। ਤਾਂ ਇਹ ਚੀਜ਼ਾਂ ਨੂੰ ਕਰਨਾ ਕੋਈ ਮੁਸ਼ਕਿਲ ਨਹੀਂ ਹੈ। ਜੇ ਨੀਅਤ ਠੀਕ ਹੋਵੇ ਤਾਂ ਨੀਤੀਆਂ ਲੱਭਣਾ ਕੋਈ ਔਖਾ ਨਹੀਂ ਹੈ। ਇਹ ਕੋਈ ਅਮਰੀਕਾ ਨਹੀਂ ਜਾਣਾ ਪੈਣਾ ਨੀਤੀ ਲੱਭਣ ਨੂੰ। ਲੇਕਿਨ ਜੇ ਨੀਅਤ ਨਹੀਂ ਸਾਫ਼, ਤੁਸੀਂ ਵੰਡ ਹੀ ਦਿੱਤਾ ਕਿ ਆਹ ਹਿੱਸਾ ਇੱਕ ਦਰਿਆ ਦਾ ਪਾਈ, ਆਹ ਤੂੰ ਲੈ ਲਈ, ਆਹ ਤੂੰ ਲੈ ਲਈ, ਤਾਂ ਉਹ ਫਿਰ ਇੱਕ ਪੈਰਲਲ ਸਟੇਟ ਬਣ ਗਈ ਹੈ। ਇੱਕ ਤਾਂ ਪੰਜਾਬ ਸਟੇਟ ਹੈ ਜਿਹਦੇ ਕੋਲ ਪੈਸੇ ਨਹੀਂ ਹੈਗੇ, ਘੱਟ ਨੇ। ਇੱਕ ਉਹ ਨੇ ਜਿਹੜੀ ਇੱਕ ਅਲੱਗ ਸਟੇਟ ਚਲਾ ਰਹੇ ਆ, ਉਹਨਾਂ ਕੋਲ ਬੜਾ ਪੈਸਾ। ਤਾਂ ਉਹਨੂੰ ਕਿਵੇਂ ਤੋੜਨਾ ਹੈ ਔਰ ਇਹਦੀ ਰਾਸ਼ੀ ਕਿਵੇਂ ਪੰਜਾਬ ਦੇ ਖਾਨੇ 'ਚ ਲਿਆਉਣੀ ਹੈ। ਇਹ ਕਈ ਚੀਜ਼ਾਂ ਜੁੜੀਆਂ ਹੋਈਆਂ ਜਿਹੜੀਆਂ ਸਾਰੀਆਂ ਲੀਡਰਸ਼ਿਪ ਨਾਲ ਆਉਂਦੀਆਂ, ਸਾਰੀਆਂ ਲੋਕਾਂ ਨਾਲ ਆਉਂਦੀਆਂ। ਇਹ ਮੁੱਦੇ ਜਦ ਤਾਈਂ ਅਸੀਂ ਨਹੀਂ ਉਠਾਵਾਂਗੇ, ਉਹ ਜਦ ਤਾਈਂ ਇਹ ਨਹੀਂ ਦੇਖਣਗੇ ਆ ਜਿਹੜਾ ਬੰਦਾ ਆ ਰਿਹਾ ਇਲੈਕਟ ਹੋਣ, ਇਹ ਕਰ ਸਕਦਾ ਇਹ ਕੰਮ ਜਾਂ ਨਹੀਂ ਕਰ ਸਕਦਾ। ਇਹ ਅੰਦਾਜ਼ਾ ਉਹਨਾਂ ਨੇ ਲਗਾਉਣਾ ਹੈ। ਜੀ, ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਲਈ ਟਾਈਮ ਕੱਢਿਆ। ਤਾਂ ਇਹ ਸਨ ਸਾਂਝਾ ਸੁਨਹਿਰਾ ਪੰਜਾਬ ਦੇ ਸਰਪ੍ਰਸਤ ਕੇਸੀ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਬੜੀ ਬੇਬਾਕੀ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਵੀ ਜੋ ਸਾਡਾ ਸਿਸਟਮ ਗੰਦਲਾ ਹੋ ਚੁੱਕਿਆ, ਉਸ ਗੰਦਲੇ ਸਿਸਟਮ ਨੂੰ ਅਸੀਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਹਾਂ। ਤੇ ਜੇਕਰ ਤੁਸੀਂ ਵੀ ਇਹਨਾਂ ਦੇ ਮੰਚ ਨਾਲ ਜੁੜਨਾ ਚਾਹੁੰਦੇ ਹੋ ਤਾਂ ਨੰਬਰ ਡਿਸਪਲੇ ਹੋ ਰਹੇ ਨੇ, ਉਹਨਾਂ ਨੰਬਰਸ 'ਤੇ ਕਾਲ ਕਰਕੇ ਤੁਸੀਂ ਮਿਸ ਕਾਲ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਵੀ ਇਸ ਮੰਚ ਦਾ ਹਿੱਸਾ ਬਣ ਸਕਦੇ ਹੋ ਤਾਂ ਕਿ ਅਸੀਂ ਇੱਕ ਨਵੇਕਲਾ ਪੰਜਾਬ ਸਿਰਜੀਏ। ਜਿਹੜੇ ਪੰਜਾਬ ਦੀਆਂ ਗੱਲਾਂ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਸੀ, ਸਾਡੀਆਂ ਪੰਜਾਬੀ ਦੀਆਂ ਕਿਤਾਬਾਂ ਹੁੰਦੀਆਂ ਸਨ, ਉਹਨਾਂ ਵਿੱਚ ਪੜ੍ਹਦੇ ਸਾਂ, ਉਹੀ ਪੰਜਾਬ ਨੂੰ ਦੁਬਾਰਾ ਮੁੜ ਸਿਰਜਿਆ ਜਾ ਸਕੇ। ਤੇ ਜਿਹੜੇ ਸਾਡਾ ਯੂਥ ਅੱਜ ਆਪਣਾ ਦੇਸ਼, ਆਪਣੀ ਧਰਤੀ ਛੱਡ ਕੇ ਵਿਦੇਸ਼ਾਂ ਵੱਲ ਜਾ ਰਿਹਾ ਹੈ, ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਨਾ ਜਾ ਕੇ ਇੱਥੇ ਹੀ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ ਤਾਂ ਕਿ ਅਸੀਂ ਵੀ ਇੱਕ ਵਿਕਸਿਤ ਦੇਸ਼ ਵੱਲ ਵੱਧ ਸਕੀਏ। ਫਿਲਹਾਲ ਇਸ ਅਪਡੇਟ ਦੇ ਵਿੱਚ ਇੰਨਾ ਹੀ। ਅਜਿਹੀਆਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਵਾਂਗੇ। ਤਦ ਤੱਕ ਲਈ ਮੈਨੂੰ ਦਿਓ ਆਗਿਆ ਤੇ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ।